ਹੈਲੋ ਫਰੈਂਡਸ, ਆਈ ਐਮ ਫਰੋਮ ਟਾਰਗੇਟ ਇੰਗਲਿਸ਼ 2021। ਅੱਜ ਦੀ ਵੀਡੀਓ ਵਿੱਚ ਆਪਾਂ ਪੀਟੀ ਰੀਡਿੰਗ ਸੈਕਸ਼ਨ ਬਾਰੇ ਡਿਸਕਸ ਕਰਾਂਗੇ। ਪੀਟੀ ਰੀਡਿੰਗ ਸੈਕਸ਼ਨ ਵਿੱਚ ਕਿੰਨੇ ਪਾਰਟਸ ਕਿੰਨੇ ਪਾਰਟਸ ਹੈਗੇ ਨੇ, ਨੂੰ ਡਿਵਾਈਡ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਰੀਡਿੰਗ ਨੂੰ, ਟੋਟਲ ਟਾਈਮ ਕਿੰਨਾ ਆਪਾਂ ਨੂੰ ਮਿਲੂਗਾ ਰੀਡਿੰਗ ਸੈਕਸ਼ਨ ਸਾਰੇ ਨੂੰ ਕਵਰ ਕਰਨ ਵਾਸਤੇ। ਉਸ ਤੋਂ ਬਾਅਦ टोटल क्वेश्चंस बारे डिस्कस करांगे। टाइम मैनेजमेंट के बारे में गल करांगे, किस ते ज़्यादा अपन टाइम स्पेंड करना चाहिए वा, ਕਿਹੜਾ ਜਿਹੜਾ ਹੈਗਾ ਵਾ ਪਾਰਟ ਹੈ ਉੱਤੇ ਘੱਟ ਟਾਈਮ ਸਪੈਂਡ ਕਰਨਾ ਚਾਹੀਦਾ, ਕਿਹੜਾ ਜ਼ਿਆਦਾ ਇੰਪੋਰਟੈਂਟ ਹੈ ਕਿਹੜਾ ਘੱਟ ਇੰਪੋਰਟੈਂਟ ਹੈ, ਕਿਹਦੇ ਜ਼ਿਆਦਾ ਸਕੋਰ ਹੈ ਕਿਹਦੇ ਘੱਟ ਸਕੋਰ ਹੈ। ਇਹ ਸਭ ਡਿਸਕਸ ਕਰਨ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ, ਗ੍ਰਾਮਰ ਰੂਲਸ ਜਿਹੜੇ ਹੈਗੇ ਇਹਦੇ ਵਿੱਚ ਯੂਜ਼ ਹੁੰਦੇ ਆ ਜ਼ਿਆਦਾਤਰ, ਜਿਹਦੇ ਨਾਲ ਤੁਸੀਂ ਜਿਹੜੇ ਕੀ ਆ ਇਹਨੂੰ ਫਿਲ ਇਨ ਬਲੈਂਕਸ ਨੂੰ ਤੁਹਾਨੂੰ ਸੌਖਾ ਰਹੇਗਾ ਕਰਨਾ, ਜਿਹੜਾ ਹੈਗਾ ਵਾ ਛੇਤੀ ਉਹ ਸਮਝ ਪਾਓਗੇ ਕਿਹੜਾ ਇੱਥੇ ਆਨਸਰ ਪੁੱਟ ਕਰਨਾ ਵਾ। ਉਹ ਗ੍ਰਾਮਰ ਰੂਲਸ ਆਪਾਂ ਡਿਸਕਸ ਕਰਾਂਗੇ। ਟੋਟਲ ਕੁਐਸਚਨ ਕਿੰਨੇ ਹੁੰਦੇ ਆ ਫਿਲ ਇਨ ਬਲੈਂਕਸ ਵਿੱਚ, ਕਿੰਨੇ ਕੁਐਸਚਨ ਹੁੰਦੇ ਆ, ਇਹ ਸਾਰੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਡਿਸਕਸ ਕਰਾਂਗੇ। ਪੀਟੀ ਰੀਡਿੰਗ ਜਿਹੜਾ ਹੈਗਾ, ਕਿਉਂਕਿ ਸਾਰਿਆਂ ਨੂੰ ਜਿਹੜਾ ਇਹ ਔਖਾ ਲੱਗਦਾ ਰੀਡਿੰਗ, ਸਾਰੇ ਇਹਦੇ ਵਿੱਚ ਬੋਰ ਛੇਤੀ ਹੋ ਜਾਂਦੇ ਆ ਜਾਂ ਨੂੰ ਡਿਫੀਕਲਟ ਮੰਨਦੇ ਹੈਗੇ ਆ ਪੀਟੀ ਦੇ ਵਿੱਚ। ਇਸ ਕਰਕੇ ਜਿਹੜੇ ਹੈਗੇ ਆ ਕੁਝ ਮੈਂ ਤੁਹਾਨੂੰ ਅੱਜ ਗ੍ਰਾਮਰ ਰੂਲਸ ਜਿਹੜੇ ਆ ਇਹ ਸਭ ਕੁਝ ਦੱਸਣ ਤੋਂ ਬਾਅਦ ਗ੍ਰਾਮਰ ਰੂਲਸ ਜਿਹੜਾ ਹੈਗਾ ਵਾ ਉਹ ਦੱਸਾਂਗਾ, ਜਿਹਦੇ ਨਾਲ ਜਿਹੜੀ ਹੈਗੀ ਆ ਆਪਾਂ ਸੌਖੇ ਤਰੀਕੇ ਨਾਲ ਫਿਲ ਇਨ ਦਾ ਬਲੈਂਕਸ ਜਿਹੜੀਆਂ ਉਹਨਾਂ ਨੂੰ ਦੋਵਾਂ ਜਿਹੜੀਆਂ ਹੈਗੀਆਂ ਬਹੁਤ ਇਹਨਾਂ ਨੂੰ ਕਵਰ ਕਰ ਸਕਦੇ ਹੈਗੇ ਆ, ਉਹ ਆਨਸਰ ਨੂੰ ਸੌਖਿਆਂ ਜਿਹੜਾ ਹੈਗਾ ਉਹਦੇ ਤੱਕ ਪਹੁੰਚ ਸਕਦੇ ਹਾਂ ਇਹ ਗ੍ਰਾਮਰ ਦੇ ਅਕੋਰਡਿੰਗ, ਕਿਉਂਕਿ ਇਹਦੇ ਵਿੱਚ ਇੱਕ ਤਾਂ ਵਕੈਬ ਯੂਜ਼ ਹੁੰਦੀ ਆ ਫਿਲ ਇਨ ਬਲੈਂਕਸ ਦੇ ਵਿੱਚ, ਦੂਸਰਾ ਯੂਜ਼ ਹੁੰਦਾ ਵਾ ਗ੍ਰਾਮਰ ਰੂਲਸ ਟਿਪਸ ਸਟ੍ਰੈਟਜੀ। ਕਿਉਂ ਜੇ ਆਪਾਂ ਨੂੰ ਗ੍ਰਾਮਰ ਰੂਲਸ ਪਤਾ ਹੋਊਗਾ ਟੈਂਸ ਦੇ ਅਕੋਰਡਿੰਗ, ਪ੍ਰੋਪੋਜੀਸ਼ਨ ਦੇ ਅਕੋਰਡਿੰਗ, ਨਾउन्स, ਇਹ ਸਭ ਬਾਰੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ, ਉਹਨਾਂ ਨਾਲ ਆਪਾਂ ਸੌਖਾ ਜਿਹੜੇ ਹੈਗਾ ਵਾ ਕਿ ਕੁਝ ਪਰਸੈਂਟ ਜਿਹੜੇ ਹੈਗੇ ਆ ਨਾ, ਕਈ ਜਿਹੜੇ ਹੈਗੇ ਆਨਸਰ ਉਹ ਸੌਖੇ ਹੀ ਆਪਾਂ ਇਹਦੇ ਤੱਕ ਪਹੁੰਚ ਸਕਦੇ। ਹੁਣ ਵਕੈਬ ਤੇ ਚਲੋ ਹੋ ਸਕਦਾ ਆਪਾਂ ਕੁਝ ਵਰਡ ਜਾਣਦੇ ਹੋਵਾਂਗੇ ਨੈਚੁਰਲੀ, ਤੇ ਹੁਣ ਜਿਹੜੇ ਇਹਦੇ ਵਿੱਚ ਵੀ ਕਈ ਜਿਹੜੇ ਹੈਗੇ ਰੂਲਸ ਉਹ ਟੈਂਸ ਦੇ ਰਿਲੇਟਡ ਹੈਗੇ ਨੇ, ਕਈ ਉਹ ਰੂਲ ਹੈਗੇ ਆ ਜਿਨ੍ਹਾਂ ਬਾਰੇ ਆਪਾਂ ਚਲੋ ਕਈ ਨਹੀਂ ਜਾਣੂ ਹੁੰਦੇ ਕਿ ਉਹਨਾਂ ਲਈ ਹੈਲਪਫੁਲ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਡਿਸਕਸ ਕਰਦੇ ਹੈਗੇ ਆ ਪੀਟੀ ਰੀਡਿੰਗ ਕੀ ਹੈ। ਸੈਕਿੰਡ ਸੈਕਸ਼ਨ ਹੈਗਾ ਵਾ ਟੈਸਟ ਦਾ, ਰੀਅਲ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈਗਾ ਵਾ ਸਪੀਕਿੰਗ ਸੈਕਸ਼ਨ। ਸਪੀਕਿੰਗ ਸੈਕਸ਼ਨ ਕਵਰ ਹੋਣ ਤੋਂ ਬਾਅਦ ਉਸ ਤੋਂ ਬਾਅਦ ਰੀਡਿੰਗ ਸੈਕਸ਼ਨ ਸ਼ੁਰੂ ਹੁੰਦਾ ਹੈ। ਰੀਡਿੰਗ ਸੈਕਸ਼ਨ ਤੋਂ ਖਤਮ ਹੋਣ ਤੋਂ ਬਾਅਦ ਰਾਈਟਿੰਗ ਸੈਕਸ਼ਨ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਆਪਸ਼ਨਲ ਬ੍ਰੇਕ ਮਿਲਦੀ ਹੈ, ਜੇਕਰ ਆਪਾਂ ਲੈਣਾ ਚਾਹੁੰਦੇ ਹਾਂ ਲੈ ਸਕਦੇ ਹਾਂ, ਨਹੀਂ ਲੈਣਾ ਚਾਹੁੰਦੇ ਤੇ ਉਸ ਤੋਂ ਬਾਅਦ ਲਿਸਨਿੰਗ ਸੈਕਸ਼ਨ ਜਿਹੜਾ ਹੈਗਾ ਵਾ ਉਹ ਸਟਾਰਟ ਹੁੰਦਾ। ਹੁਣ ਇਹਦੇ ਵਿੱਚ ਆਪਾਂ ਨੂੰ ਜਿਹੜੇ ਆ 30 ਮਿੰਟ ਮਿਲਦੇ ਆ ਜਾਂ 35 ਮਿੰਟ ਜਾਂ 40 ਮਿੰਟ ਤੱਕ ਆਪਾਂ ਨੂੰ ਟਾਈਮ ਮਿਲ ਜਾਂਦਾ ਹੈ। ਕਈ ਵਾਰ 35 ਮਿੰਟ ਦਾ ਟਾਈਮ ਮਿਲਦਾ ਹੈ, ਕਈ ਵਾਰ 30 ਮਿੰਟ ਦਾ ਅਪਰੋਕਸੀਮੇਟਲੀ ਟਾਈਮ ਮਿਲਦਾ ਹੈਗਾ ਆਪਾਂ ਨੂੰ ਇਹ ਪੀਟੀ ਰੀਡਿੰਗ ਦਾ ਜਿਹੜਾ ਸਾਰਾ ਜਿਹੜਾ ਹੈਗਾ ਇਹ ਸੈਕਸ਼ਨ ਹੈ ਨਾ, ਇਹਨੂੰ ਕਵਰ ਕਰਨ ਵਾਸਤੇ 5 ਟਾਸਕ ਹੁੰਦੀਆਂ ਇਹਦੇ ਵਿੱਚ, ਇਹਨਾਂ ਨੂੰ 5 ਭਾਗਾਂ ਵਿੱਚ ਡਿਵਾਈਡ ਕੀਤਾ ਜਾਂਦਾ ਇਹਨੂੰ ਪੀਟੀ ਰੀਡਿੰਗ ਜਿਹੜੀ ਹੈਗੀ ਆ। ਪਹਿਲਾਂ ਸਭ ਤੋਂ ਪਹਿਲਾਂ ਆਉਂਦਾ ਹੈਗਾ ਵਾ ਮਲਟੀਪਲ ਚੋਇਸ ਸਿੰਗਲ ਆਨਸਰ। ਇਹਦੇ ਵਿੱਚ ਇੱਕ ਪੈਰਾ ਆਉਂਦਾ, ਇੱਕ ਕੁਐਸਚਨ ਦਿੱਤਾ ਹੁੰਦਾ ਵਾ ਤੇ 4 ਆਪਸ਼ਨਾਂ ਦਿੱਤੀਆਂ ਹੁੰਦੀਆਂ। ਹੁਣ ਪੈਰਾ ਪੜ੍ਹ ਕੇ ਆਪਾਂ ਉਹ ਜਿਹੜਾ ਕੁਐਸਚਨ ਉਹਦਾ ਆਨਸਰ ਦੇਣਾ ਤੇ ਸਿੰਗਲ ਆਨਸਰ ਇੱਕ ਤੇ ਟਿਕ ਲਾਉਣਾ ਹੈਗਾ। ਇਹਦੇ ਵਿੱਚ ਇੱਕ ਵੀ ਕੁਐਸਚਨ ਆ ਸਕਦਾ, 2 ਵੀ ਆ ਸਕਦੇ, 3 ਤੱਕ ਇੱਕ ਕੁਐਸਚਨ ਆ ਸਕਦੇ ਆ। ਤੇ ਇਹਨਾਂ ਦਾ ਜਿਹੜਾ ਹੈਗਾ ਉਹ ਸਕੋਰ ਆ 1 2 2 1 2 3 ਤੱਕ, ਜਿਹੜੇ ਇੰਨੇ ਕੀ ਸਕੋਰ ਹੈ ਜਾਂ ਇੱਕ ਹੋ ਸਕਦਾ ਇੱਕ ਕੁਐਸਚਨ ਦਾ, 1 2 ਜਿਹੜੇ ਹੈਗੇ ਆ ਕੁਐਸਚਨ ਆਉਣਗੇ ਤੇ ਉਹਨਾਂ ਦੇ 2 ਮਾਰਕਸ ਹੋਣਗੇ। ਤੇ ਸੈਕਿੰਡ ਨੰਬਰ ਤੇ ਆ ਜਾਂਦੇ ਹੈਗੇ ਆ ਮਲਟੀਪਲ ਚੋਇਸ ਮਲਟੀਪਲ ਆਨਸਰ। ਇਹਦੇ ਵਿੱਚ ਵੀ ਆਪਾਂ ਨੂੰ ਇੱਕ ਪੈਸੇਜ ਦਿੱਤਾ ਜਾਂਦਾ ਹੈਗਾ ਵਾ, ਕੁਐਸਚਨ ਪੁੱਛਿਆ ਜਾਂਦਾ ਹੈਗਾ, ਉਸ ਤੋਂ ਬਾਅਦ 5 ਤੋਂ ਲੈ ਕੇ 6 ਤੱਕ ਜਿਹੜੀਆਂ ਆਪਸ਼ਨਾਂ ਦਿੱਤੀਆਂ ਜਾਂਦੀਆਂ, ਇੱਕ ਆਪਸ਼ਨ ਵੀ, 2 ਵੀ ਜਾਂ 3 ਵੀ, ਆਪਾਂ 3 ਤੱਕ ਜਿਹੜੀਆਂ ਹੈਗੀਆਂ ਵਾ ਉਹ ਜਿਹੜੀਆਂ ਕੋਈ ਵੀ ਆਪਸ਼ਨ ਟਿਕ ਕਰ ਸਕਦੇ ਹਾਂ। ਮਲਟੀਪਲ ਜਿਹੜੇ ਆਨਸਰ ਦੇ ਸਕਦੇ ਇਹਦੇ ਵਿੱਚ ਇੱਕ ਆਪਸ਼ਨ ਵੀ ਹੋ ਸਕਦੀ ਹੈ, ਇੱਕ ਤੋਂ ਜ਼ਿਆਦਾ ਆਪਸ਼ਨਾਂ ਵੀ ਹੋ ਸਕਦੀਆਂ ਵਾ। ਇਹਦੇ ਵਿੱਚ ਨੈਗੇਟਿਵ ਮਾਰਕਿੰਗ ਜ਼ਰੂਰ ਹੁੰਦੀ ਹੈ, ਇਸ ਕਰਕੇ ਇਹ ਧਿਆਨ ਵਿੱਚ ਜ਼ਰੂਰ ਰੱਖ ਲੈਣਾ ਕਿ ਹਮੇਸ਼ਾ ਵਾਸਤੇ ਇੱਕੋ ਆਪਸ਼ਨ ਟਿਕ ਕੀਤੀ ਜਾਵੇ, ਕਿਉਂਕਿ ਜੇਕਰ ਜੇ ਆਪਾਂ ਨੂੰ ਸ਼ੋਰ ਹੈਗਾ ਤੇ 2 ਆਪਸ਼ਨਾਂ ਟਿਕ ਕੀਤੀਆਂ ਜਾਣ, ਨਹੀਂ ਤੇ ਇੱਕੋ ਆਪਸ਼ਨ 'ਤੇ ਟਿਕ ਕੀਤਾ ਜਾਵੇ। ਕਿਉਂਕਿ ਜੇ ਆਪਾਂ ਨਹੀਂ ਸ਼ੋਰ ਕਿ ਦੂਜੀ ਆਪਸ਼ਨ ਨੂੰ ਟਿਕ ਕਰਦੇ ਹਾਂ ਕਿ ਜੇ ਆਪਣੀ ਉਹ ਗਲਤ ਹੁੰਦੀ ਹੈ ਤੇ ਜਿਹੜੀ ਆਪਾਂ ਸਹੀ ਆ ਉਹਦੇ ਵੀ ਗਲਤ ਹੋਣ ਦੇ ਚਾਂਸ ਵੱਧ ਜਾਂਦੇ ਆ। ਇਸ ਕਰਕੇ ਇਹ ਜ਼ਰੂਰ ਧਿਆਨ ਵਿੱਚ ਰੱਖ ਲਿਓ
ਤੇ ਇਹਨਾਂ ਦੋਵਾਂ ਕੁਐਸਚਨ ਤੇ 1 ਮਿੰਟ ਤੋਂ 1.5 ਮਿੰਟ ਤੋਂ ਜ਼ਿਆਦਾ ਟਾਈਮ ਕਦੀ ਵੀ ਖਰਾਬ ਨਾ ਕਰਿਓ, ਕਿਉਂਕਿ ਪੀਟਿੰਗ ਦੇ ਵਿੱਚ ਜਿਹੜਾ ਟਾਈਮ ਆ ਤੁਹਾਨੂੰ ਪਤਾ ਜਦੋਂ ਵੀ ਆਪਾਂ ਕੋਈ ਐਗਜ਼ਾਮ ਦਿੰਦੇ ਆ ਟਾਈਮ ਬਹੁਤ ਛੇਤੀ ਜਿਹੜਾ ਹੈਗਾ ਉਹ ਨਿਕਲਦਾ ਵਾ। ਇਸ ਕਰਕੇ ਧਿਆਨ ਰੱਖਿਓ ਇਹਨਾਂ ਦਾ ਟਾਈਮ ਜ਼ਿਆਦਾ ਨਾ ਲਗਾਇਓ। ਜੇ ਤੁਸੀਂ 90 ਪਲੱਸ ਸਕੋਰ ਲੈਣਾ ਚਾਹੁੰਦੇ ਹੋ ਫਿਰ ਤਾਂ ਤੁਹਾਨੂੰ ਮੈਂ ਕਹਿਣਾ ਕਿ ਇਹਨਾਂ ਨੂੰ ਸਕਿਪ ਨਾ ਕਰਿਓ। ਚਲੋ ਜ਼ਰੂਰ ਇਹਨਾਂ ਨੂੰ ਵੀ ਜ਼ਿਆਦਾ ਟਾਈਮ ਨਾ ਵੇਸਟ ਕਰ ਦਿਓ, ਇਹਨਾਂ ਜਿਹੜੇ ਕੁਐਸਚਨ ਹੈਗੇ ਦੋਵੇਂ ਇਹਨਾਂ ਨੂੰ ਜ਼ਰੂਰ ਕਰਿਓ। ਜੇ ਤੁਹਾਡਾ ਟਾਰਗੇਟ 79 ਪਲੱਸ ਤੱਕ ਹੈਗਾ ਫਿਰ ਤਾਂ ਇਹਨਾਂ ਨੂੰ ਤੁਸੀਂ ਸਕਿਪ ਵੀ ਕਰ ਦਿਓ ਤਾਂ ਹੀ ਵਧੀਆ ਸਕੋਰ ਲੈ ਸਕਦੇ। ਮੈਂ ਤਾਂ ਇਹੋ ਕਹਿੰਦਾ ਵਾਂ ਕਿ ਇਹਨਾਂ ਦੋਵਾਂ ਕੁਐਸਚਨ 'ਤੇ ਜੇ ਤੁਸੀਂ ਆਨਸਰ ਤੁਹਾਨੂੰ ਸੌਖੇ ਲੱਭਦਾ ਪਿਆ ਹੈ ਟਿਕ ਲਾ ਦਿਓ, ਨਹੀਂ ਲੱਭਦਾ ਪਿਆ ਸੀ ਆਪਸ਼ਨ 'ਤੇ ਕਲਿੱਕ ਕਰਕੇ ਟਿਕ ਲਾ ਕੇ ਅੱਗੇ ਵੱਧ ਜਾਓ। ਜ਼ਿਆਦਾ ਟਾਈਮ ਇਹਨਾਂ ਦੋਵਾਂ 'ਤੇ ਨਾ ਵੇਸਟ ਕਰਿਓ। ਉਹ ਤੋਂ ਤੀਸਰੇ ਨੰਬਰ 'ਤੇ ਆਉਂਦਾ ਵਾ ਰੀਆਰਡਰ। ਔਰ ਰੀਆਰਡਰ ਕੁਐਸਚਨ 3 ਵੀ ਆ ਜਾਂਦੇ ਆ, 2 ਵੀ ਆ ਜਾਂਦੇ ਆ, ਅਤੇ ਇੱਕ ਔਖਾ ਹੁੰਦਾ ਹੈ, ਇੱਕ ਦੋ ਸੌਖੇ ਹੁੰਦੇ ਆ। ਇਹਦੇ ਵਾਸਤੇ ਵੀ ਬਹੁਤ ਸਾਰੇ ਮੇਰੇ ਤੋਂ ਟਿਪਸ ਹੈਗੇ ਆ, ਉਹ ਵੀ ਮੈਂ ਅਗਲੀ ਵੀਡੀਓ 'ਚ ਡਿਸਕਸ ਕਰੂੰਗਾ। ਅਤੇ ਉਸ ਤੋਂ ਅੱਗੇ ਜਿਹੜਾ ਆਉਂਦਾ ਵਾ ਫਿਲ ਇਨ ਬਲੈਂਕਸ ਰੀਡਿੰਗ ਅਤੇ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ। ਰੀਡਿੰਗ ਐਂਡ ਰਾਈਟਿੰਗ ਤਦ ਕਿਹਾ ਜਾਂਦਾ ਕਿਉਂਕਿ ਇਹਦੇ ਜਿਹੜੇ ਮਾਰਕਸ ਹੈਗੇ ਆ ਰਾਈਟਿੰਗ ਵਿੱਚ ਜਿਹੜੇ ਆ ਉਹ ਐਡ ਹੁੰਦੇ ਆ। ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ ਤਦ ਇਹਨੂੰ ਕਿਹਾ ਜਾਂਦਾ। ਇਹਦੇ ਵਿੱਚ 4 ਆਪਸ਼ਨਾਂ ਆਉਂਦੀਆਂ, 4 ਵਿੱਚੋਂ ਇੱਕ 'ਤੇ ਟਿਕ ਕਰਨਾ ਹੁੰਦਾ, ਇਹ ਉਹ ਵਾਲੀਆਂ ਨੇ। ਅਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਵਾ ਰੀਡਿੰਗ ਜਿਹੜਾ ਮਟੀਰੀਅਲ ਸਾਰਾ ਉਹ ਅਕੈਡਮਿਕ ਹੁੰਦਾ ਵਾ, ਜ਼ਿਆਦਾ ਔਖਾ ਨਹੀਂ ਹੁੰਦਾ। ਇਹ ਸਮਾਜ ਨਾਲ ਰਿਲੇਟਡ ਹੁੰਦਾ ਵਾ, ਅਰਥ ਨਾਲ, ਡਾਇਟ ਨਾਲ, ਐਜੂਕੇਸ਼ਨ ਨਾਲ ਰਿਲੇਟਡ, ਅਤੇ ਅਰਥ ਮੂਨ ਇੱਧਰ ਦੇ ਬਾਰੇ ਸਾਰਾ ਹੁੰਦਾ, ਇੰਨਾ ਔਖਾ ਨਹੀਂ ਹੁੰਦਾ। ਉਸ ਤੋਂ ਬਾਅਦ ਆ ਜਾਂਦੇ 15 ਤੋਂ 20 ਕੁਐਸਚਨ ਜਿਹੜੇ ਹੈ ਇਸ ਵਿੱਚ ਆਉਂਦੇ ਹੈਗੇ ਆਪਾਂ ਨੂੰ। ਕਈ ਵਾਰ 16 ਕੁਐਸਚਨ ਵੀ ਆ ਜਾਂਦੇ ਆ, 17 ਵੀ ਆ ਜਾਂਦੇ, 15 ਤੋਂ 20 ਤੱਕ ਕੁਐਸਚਨ ਜਿਹੜੇ ਹੈਗੇ ਆ ਟੋਟਲ ਕੁਐਸਚਨ ਆ ਜਾਂਦੇ ਹੈਗੇ ਨੇ ਇਹਦੇ ਵਿੱਚ। ਅਤੇ 30 ਤੋਂ ਲੈ ਕੇ 40 ਤੱਕ ਦਾ ਇਹਦੇ ਵਿੱਚ ਆਪਾਂ ਨੂੰ ਟਾਈਮ ਮਿਲਦਾ ਹੈਗਾ ਵਾ, ਠੀਕ ਹੈ। ਉਸ ਤੋਂ ਅੱਗੇ ਦੇਖਦੇ ਹੈਗੇ ਆ ਫਿਲ ਇਨ ਬਲੈਂਕਸ ਰੀਡਿੰਗ ਜਿਹੜੀਆਂ ਹੈਗੀਆਂ ਵਾ ਇਹਦੇ ਵਿੱਚ ਇਹ ਸਭ ਤੋਂ ਫਸਟ ਨੰਬਰ 'ਤੇ ਜਦੋਂ ਵੀ ਟੈਸਟ ਸਟਾਰਟ ਹੁੰਦਾ ਰੀਡਿੰਗ ਪਹਿਲੇ ਨੰਬਰ 'ਤੇ ਆਉਂਦੀ ਹੈਗੀ ਆ। ਰੀਡਿੰਗ ਸੈਕਸ਼ਨ ਦੇ ਵਿੱਚੋਂ ਸਭ ਤੋਂ ਪਹਿਲਾਂ ਫਿਲ ਇਨ ਬਲੈਂਕਸ ਰੀਡਿੰਗ ਆਉਂਦੀ ਹੈਗੀ ਹੈ। ਰੀਡਿੰਗ ਤਦ ਕਰਕੇ ਕਿਹਾ ਜਾਂਦਾ ਇਹਨੂੰ, ਨਾਲ ਬਰੈਕਟ ਵਿੱਚ ਲਿਖਿਆ ਵਾ ਕਿਉਂਕਿ ਇਹਦੇ ਜਿਹੜੇ ਸਕੋਰ ਆ ਇਹ ਇਕੱਲੇ ਰੀਡਿੰਗ ਵਿੱਚ ਰਹਿੰਦੇ ਆ, ਰਾਈਟਿੰਗ ਵਿੱਚ ਇਹਦਾ ਕੋਈ ਸਕੋਰ ਨਹੀਂ ਐਡ ਹੁੰਦਾ। ਇਹਦੇ ਵਿੱਚ ਆਪਾਂ ਨੂੰ 4 ਤੋਂ 5 ਤੋਂ 6 ਤੱਕ ਪੈਸੇਜ ਆ ਜਾਂਦੇ ਆ, ਅਤੇ ਇਹਦੇ ਵਿੱਚ 3 ਤੋਂ 5 ਬਲੈਂਕਸ ਦਿੱਤੀਆਂ ਹੁੰਦੀਆਂ। ਇੱਕ ਪੈਸੇਜ ਦੇ ਵਿੱਚ 3 ਤੋਂ 5 ਤੱਕ ਬਲੈਂਕਸ ਹੁੰਦੀਆਂ ਨੇ, ਅਤੇ ਜਿਹਦੇ ਵਾਸਤੇ ਆਪਾਂ ਨੂੰ 6 ਤੋਂ ਲੈ ਕੇ 8 ਤੱਕ ਆਪਾਂ ਨੂੰ ਆਪਸ਼ਨਾਂ ਦਿੱਤੀਆਂ ਹੁੰਦੀਆਂ ਹੈ। ਇਕੱਠੀਆਂ 6, 7, 8 ਆਪਸ਼ਨਾਂ ਦਿੱਤੀਆਂ ਹੁੰਦੀਆਂ ਜਿਨ੍ਹਾਂ ਵਿੱਚੋਂ ਆਪਾਂ ਪੁੱਟ ਕਰਨੀਆਂ ਹੁੰਦੀਆਂ ਵਾ, ਜਿਹੜੀਆਂ ਆਪਾਂ ਨੂੰ ਬਲੈਂਕਸ ਦਿੱਤੇ ਉੱਥੇ ਆਨਸਰ ਜਿਹੜੇ ਪੁੱਟ ਕਰਨੇ ਹੁੰਦੇ ਆ ਇਹਦੇ ਵਿੱਚ। ਅਤੇ ਮੈਂ ਇਹਦੇ ਵਾਸਤੇ ਇਹੋ ਕਹਿਣਾ ਵਾ ਕਿ ਫਿਲ ਇਨ ਬਲੈਂਕਸ ਰੀਡਿੰਗ ਅਤੇ ਉਸ ਤੋਂ ਬਾਅਦ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ, ਇਹ ਜਿਹੜੀ ਹੈਗੀ ਆ ਇਹ 4th ਹੈਗੀ ਆ ਰੀਡਿੰਗ ਸੈਸ਼ਨ ਵਿੱਚ, ਚੌਥੇ ਨੰਬਰ 'ਤੇ ਆਉਂਦੀ ਹੈਗੀ ਆ। ਅਤੇ ਇਹਦੇ ਵਿੱਚ ਵੀ ਆਪਾਂ ਨੂੰ ਮੋਸਟਲੀ ਜਿਹੜੇ 5 ਤੋਂ 6 ਜਿਹੜੇ ਪੈਸੇਜ ਆਉਂਦੇ ਆ, ਅਤੇ ਇੱਕ ਬਲੈਂਕਸ ਵਾਸਤੇ 4 ਆਪਸ਼ਨਾਂ ਅਲੱਗ ਦਿੱਤੀਆਂ ਹੁੰਦੀਆਂ। ਇੱਕ ਬਲੈਂਕਸ ਨੂੰ ਕਰਨ ਵਾਸਤੇ 4 ਆਪਸ਼ਨਾਂ ਦਿੱਤੀਆਂ, ਉਹਨਾਂ 'ਚੋਂ ਇੱਕ ਜਿਹੜੀ ਹੈਗੀ ਪੁੱਟ ਕਰਨੀ ਆ, ਠੀਕ ਹੈ। ਅਤੇ ਇਹਦੇ ਵਿੱਚ ਇਹ ਥੋੜ੍ਹੀ ਜਿਹੀ ਲੈਂਥੀ ਹੁੰਦੀ ਆ, ਜਿਹੜੀਆਂ ਪਹਿਲੀਆਂ ਬਲੈਂਕਸ ਫਿਲ ਇਨ ਬਲੈਂਕਸ ਰੀਡਿੰਗ ਉਹਨਾਂ ਦਾ ਥੋੜ੍ਹੀਆਂ ਜਿਹੀਆਂ ਲੈਂਥੀ ਹੁੰਦੀਆਂ, ਅਤੇ ਇਹਦੇ ਜਿਹੜੇ ਮਾਰਕਸ ਐਡ ਹੁੰਦੇ ਆ ਰਾਈਟਿੰਗ ਵਿੱਚ ਵੀ, ਇਹਦੇ ਜਿਹੜੇ ਹੈਗੇ ਸਕੋਰ ਐਡ ਹੁੰਦੇ ਆ। ਇਹ ਥੋੜ੍ਹੇ ਜਿਹੇ ਲੈਂਥੀ ਹੁੰਦੀਆਂ ਨੇ, ਥੋੜ੍ਹੀਆਂ ਜਿਹੀਆਂ ਡਿਫੀਕਲਟ ਵੀ ਮੰਨੀਆਂ ਜਾਂਦੀਆਂ ਨੇ। ਦੂਜੇ ਜਿਹੜੇ ਬਲੈਂਕਸ ਰੀਡਿੰਗ ਵਾਲੀਆਂ ਬਲੈਂਕਸ ਨੇ ਉਹਨਾਂ ਨੂੰ ਡਿਫੀਕਲਟ ਮੰਨੀਆਂ ਜਾਂਦੀਆਂ ਨੇ। ਅਤੇ ਉਸ ਤੋਂ ਇਲਾਵਾ ਇਹਨਾਂ ਵਿੱਚ ਹੁਣ ਜਿਹੜਾ ਟਾਈਮ ਹੈਗਾ ਵਾ ਕਿੰਨਾ ਟਾਈਮ ਸਪੈਂਡ ਕਰਨਾ ਚਾਹੀਦਾ ਹੈਗਾ ਵਾ ਇਹਨਾਂ ਦੋਵਾਂ ਬਲੈਂਕਸ 'ਤੇ, ਬੋਥ ਬਲੈਂਕਸ 'ਤੇ ਟਾਈਮ ਤੁਹਾਨੂੰ 2.5 ਮਿੰਟ, 2 ਮਿੰਟ ਜਾਂ 2.5 ਮਿੰਟ, ਇਸ ਤੋਂ ਵੱਧ ਜਿਹੜਾ ਹੈਗਾ ਵਾ ਟਾਈਮ ਉਹ ਨਹੀਂ ਸਪੈਂਡ ਕਰਨਾ ਚਾਹੀਦਾ, ਕਿਉਂਕਿ ਇਸ ਤੋਂ ਜ਼ਿਆਦਾ ਟਾਈਮ ਤੁਸੀਂ ਇਹਨਾਂ ਉੱਤੇ ਲਾਓਗੇ ਤਾਂ ਤੁਹਾਡਾ ਜਿਹੜਾ ਕੁਛ ਨਾ ਕੁਛ ਕੁਐਸਚਨ ਛੁੱਟ ਵੀ ਸਕਦੇ ਆ। ਇਸ ਕਰਕੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਜਾਂ 2 ਮਿੰਟਾਂ ਵਿੱਚ ਮੁਕਾ ਲਈਏ ਇਹਨੂੰ ਜਾਂ 2.5 ਮਿੰਟਾਂ ਦੇ ਵਿੱਚ, 3 ਤੋਂ ਪਹਿਲਾਂ ਮੁਕਾ ਲਈਏ, ਕਿਉਂਕਿ ਜੇ ਤੁਸੀਂ ਐਗਜ਼ਾਮ ਚੰਗੇ ਸਕੋਰ ਲੈਣੇ ਤਾਂ ਇਸ ਕਰਕੇ ਇਹ ਜ਼ਰੂਰੀ ਹੈ। ਉਸ ਤੋਂ ਅੱਗੇ ਡਿਸਕਸ ਕਰਦੇ ਹਾਂ ਹੁਣ in the real test this question type varies in terms of difficulty, so the test taker should develop a good sense of timing, ਗੁੱਡ ਸੈਂਸ ਹੋਣੀ ਚਾਹੀਦੀ ਹੈਗੀ ਟਾਈਮਿੰਗ ਦੀ, ਚੰਗੇ ਟਾਈਮ ਜਿਹੜਾ ਹੈਗਾ ਟਾਈਮ ਦਾ ਆਪਣਾ ਮੈਨੇਜ ਕਰ ਲੈਣਾ ਕਿ ਹਾਂ ਵੀ ਇੰਨੇ ਟਾਈਮ ਵਿੱਚ ਮੈਂ ਇਸ ਕੁਐਸਚਨ ਨੂੰ ਮੁਕਾਉਣਾ ਹੈਗਾ। ਜਿਸ ਤਰ੍ਹਾਂ ਹੁਣ ਤੁਸੀਂ ਮੰਨ ਲਓ ਕਿ 2.5 ਜਿਹੜੇ ਮੈਂ ਕਹਿ ਰਿਹਾ ਜਾਂ 2.5 ਮਿੰਟ ਜਾਂ 2 ਮਿੰਟ ਜਿਹੜੇ ਆ ਇੱਕ ਪੈਸੇਜ 'ਤੇ ਤੁਸੀਂ ਲਗਾਉਣੇ ਆ, ਘੱਟ ਤੋਂ ਘੱਟ 5 ਪੈਸੇਜ ਆਉਣ
ਜਾਂ 6 ਪੈਸੇਜ ਆਉਣ। ਹੁਣ ਇੱਕ ਦੇ ਤੁਸੀਂ 2.5 ਲਗਾਉਣੇ ਹੈਗੇ ਆ, ਜੇ 6 ਆਏ ਤੇ ਇਹਦੇ ਵਿੱਚੋਂ 5 10 15 ਮਿੰਟ ਤੁਹਾਡੇ ਜਿਹੜੇ ਹੈਗੇ ਆ ਉਹ ਲੱਗ ਜਾਣਗੇ 6 ਪੈਸੇ ਆਉਣ ਤੇ। 15 ਮਿੰਟ ਜਿਹੜੇ ਇੱਕ ਜਿਹੜੀਆਂ ਹੈਗੀਆਂ ਫਿਲ ਇਨ ਬਲੈਂਕਸ ਤੇ ਕਵਰ ਹੋ ਗਏ ਤੇ 30 ਮਿੰਟ ਤੇ ਜੇ ਤੁਹਾਡਾ ਟਾਰਗੇਟ ਜਿਹੜਾ 79 ਪਲੱਸ ਹੈ ਤੇ 5 ਮਿੰਟ ਤੁਸੀਂ ਰੀਆਰਡਰ ਤੇ ਲਾ ਸਕਦੇ ਤੇ ਵਧੀਆ ਸਕੋਰ ਲੈ ਸਕਦੇ ਜੀ। ਤੇ ਜੇ ਤੁਹਾਡਾ ਟਾਰਗੇਟ 90 ਦਾ ਵਾ ਤੇ ਫਿਰ ਤੁਹਾਨੂੰ ਟਾਈਮ ਉਹਦੇ ਅਕੋਰਡਿੰਗ ਜਿਹੜਾ ਥੋੜ੍ਹਾ ਜਿਹਾ 2 ਮਿੰਟ ਦਾ ਕਰਨਾ ਪਏਗਾ ਇੱਕ ਪੈਸੇਜ ਨੂੰ ਕਵਰ ਕਰਨ ਵਾਸਤੇ। ਤਦ ਜਾ ਕੇ ਤੁਸੀਂ ਨਾਲ ਮਲਟੀਪਲ ਚੋਇਸ ਸਿੰਗਲ ਆਂਸਰ ਵੀ ਜੇ ਕਰਨਾ ਚਾਹੁੰਦੇ ਉਹ ਕਵਰ ਕਰ ਸਕਦੇ ਜੀ। ਇਸ ਤੋਂ ਅੱਗੇ ਡਿਸਕਸ ਕਰਦੇ ਹਾਂ ਅਵੋਇਡਿੰਗ ਕਰਨਾ ਸਪੈਂਡਿੰਗ ਟੂ ਮੱਚ ਟਾਈਮ। ਜ਼ਿਆਦਾ ਟਾਈਮ ਨਹੀਂ ਜੇ ਲਗਾਉਣਾ ਕਿਸੇ ਤੇ ਵੀ, ਇੱਕੇ ਨੂੰ ਜਿਹੜਾ ਹੈਗਾ ਵਾ ਟਾਸਕ ਤੇ ਜ਼ਿਆਦਾ ਟਾਈਮ ਨਹੀਂ ਲਗਾਉਣਾ। ਇਸ ਕਰਕੇ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਰੀਡਿੰਗ ਸੈਕਸ਼ਨ ਵਿੱਚ, ਇਹ ਧਿਆਨ ਵਿੱਚ ਜ਼ਰੂਰ ਰੱਖਿਓ ਕਿ ਜੇ ਤੁਹਾਡੇ ਅਕੋਰਡਿੰਗ ਜੇ ਤੁਸੀਂ ਦੇਖ ਲੈਣਾ ਕਿ ਮੈਨੂੰ 40 ਮਿੰਟ ਟੋਟਲ ਮਿਲਣੇ, ਉਹ ਉਸੇ ਵੇਲੇ ਉਹਦਾ ਜਿਹੜਾ ਹੈਗਾ ਵਾ ਦੇਖ ਲੈਣਾ ਕਿ ਹਾਂ ਇੰਨੇ ਮਿੰਟ 'ਚ ਮੈਂ ਇੰਨੇ ਕਵਰ ਕਰ ਲੈਣਾ। ਜੇ 35 ਮਿੰਟ ਦਾ ਉਹਦੇ ਅਕੋਰਡਿੰਗ ਥੋੜ੍ਹਾ ਜਿਹਾ ਆਪਦਾ ਟਾਈਮ ਮੈਨੇਜਮੈਂਟ ਘਟਾਉਣਾ ਵਧਾਉਣਾ ਪੈ ਸਕਦਾ। 35 ਮਿੰਟ ਵੀ ਮਿਲ ਸਕਦੇ 40 ਮਿੰਟ ਵੀ ਮਿਲ ਸਕਦੇ ਤੁਹਾਨੂੰ ਰੀਅਲ ਐਗਜ਼ਾਮ ਦੇ ਵਿੱਚ, ਇਹ ਧਿਆਨ ਵਿੱਚ ਰੱਖਣਾ। ਹੁਣ ਅੱਗੇ ਗੱਲ ਆਉਂਦੀ ਹੈ ਕਿ ਪ੍ਰੈਕਟਿਸ ਬਾਰੇ। ਹੁਣ ਘੱਟ ਤੋਂ ਘੱਟ ਤੁਹਾਨੂੰ 15 ਜਿਹੜੀਆਂ ਹੈਗੀਆਂ ਫਿਲ ਇਨ ਬਲੈਂਕਸ ਕੋਈ ਵੀ ਦੋਨਾਂ ਵਿੱਚੋਂ ਕਰਨੀਆਂ ਚਾਹੀਦੀਆਂ ਹੈਗੀਆਂ। ਜਾਂ ਦੋਵੇਂ 15 ਕਰ ਲਓ ਜਾਂ ਇੱਕ 15 ਕਰ ਲਓ। ਇੱਕ ਹੌਲੀ ਹੌਲੀ ਪਹਿਲਾਂ ਤੁਹਾਨੂੰ ਸਟਾਰਟਿੰਗ 'ਚ ਬੋਰਿੰਗ ਲੱਗੂਗਾ, ਇਸ ਲਈ ਪਹਿਲਾਂ ਦਿਨ ਕੁਝ 5-7 ਤੱਕ ਕਰ ਲੈਣੀਆਂ, ਥੋੜ੍ਹੀਆਂ ਕਰ ਲੈਣੀਆਂ, ਹੌਲੀ ਹੌਲੀ ਉਹਨਾਂ ਨੂੰ ਵਧਾਉਂਦੇ ਜਾਣਾ। ਜਦੋਂ ਐਗਜ਼ਾਮ ਨੇੜੇ ਆਵੇ ਉਹ ਤੋਂ 15 ਤੋਂ ਘੱਟ ਨਾ ਕਰਨੀਆਂ, ਨਾ ਹੀ ਵਿੱਚ ਗੈਪ ਪਾਉਣਾ। ਇਸ ਲਈ ਪ੍ਰੈਕਟਿਸ ਜਿਹੜੀ ਹੈਗੀ ਆ ਪੀਟੀ ਲਈ ਬਹੁਤ ਜ਼ਿਆਦਾ ਜ਼ਰੂਰੀ। ਜਿੰਨੇ ਆਪਾਂ ਇਹਦੇ ਵਾਸਤੇ ਟਿਪਸ ਜਿੰਨੇ ਹੈਗੇ ਆ ਆਪਾਂ ਜਿੰਨੇ ਮਰਜ਼ੀ ਸਮਝੀ ਜਾਈਏ ਟਿਪਸ ਟ੍ਰਿਕਸ, ਤੇ ਪਰ ਮੇਨ ਗੱਲ ਆਉਂਦੀ ਜੇ ਪ੍ਰੈਕਟਿਸ ਤੇ। ਜੇ ਤੁਸੀਂ ਪ੍ਰੈਕਟਿਸ ਨਾ ਕਰੋਗੇ ਉਹ ਟਿਪਸ ਟ੍ਰਿਕਸ ਕਿਸੇ ਕੰਮ ਦੇ ਨਹੀਂ, ਭਾਵੇਂ ਤੁਸੀਂ ਉਹਨਾਂ ਨੂੰ ਰੋਜ਼ ਸੁਣਦੇ ਜੋ ਟਿਪਸ ਨੂੰ, ਪਰ ਉਹ ਤੁਹਾਡੇ ਕਿਸੇ ਕੰਮ ਦੇ ਨਹੀਂ ਰਹਿਣਗੇ ਜੇ ਤੁਸੀਂ ਨਾਲ ਨਾਲ ਰੋਜ਼ ਪ੍ਰੈਕਟਿਸ ਨਾ ਕਰੋਗੇ। ਇਸ ਲਈ ਪ੍ਰੈਕਟਿਸ ਵੀ ਓਨੀ ਜ਼ਰੂਰੀ ਹੈ ਜਿੰਨੇ ਇਹਦੇ ਵਾਸਤੇ ਜਿਹੜੇ ਬਾਕੀ ਟੈਕਨੀਕਸ ਬਾਰੇ ਜਾਣੂ ਹੋਣਾ ਓਨੇ ਹੀ ਜਿਹੜੇ ਹੈਗੇ ਆ ਪ੍ਰੈਕਟਿਸ ਵੀ ਜ਼ਰੂਰੀ ਹੈ। ਹੁਣ ਇਸ ਤੋਂ ਅੱਗੇ ਡਿਸਕਸ ਕਰਦੇ ਹੈਗੇ ਆ ਕਿ ਜਿਹੜੇ ਹੈਗੇ ਮੇਨ ਇਹਦੇ ਵਿੱਚ ਜਿਹੜੇ ਗ੍ਰਾਮਰ ਰੂਲਸ ਹੈਗੇ ਨੇ ਟਿਪਸ ਹੈਗੇ ਜਿਨ੍ਹਾਂ ਕਰਕੇ ਆਪਾਂ ਸੌਖਿਆਂ ਹੀ ਜਿਹੜੀ ਹੈਗੀ ਆ ਬਲੈਂਕਸ ਤੱਕ ਜਿਹੜੀ ਹੈਗੀ ਆ ਆਪਸ਼ਨ ਜਿਹੜੀ ਹੈਗੀ ਮੇਨ ਪੁੱਟ ਕਰਨੀ ਜਿਹੜੀ ਬਲੈਂਕਸ ਆ ਉਹਦੇ ਤੱਕ ਪਹੁੰਚ ਸਕਦੇ ਆ। ਹੁਣ ਸਭ ਤੋਂ ਪਹਿਲਾਂ ਆਉਂਦੀ ਹੈਗੀ ਗੱਲ ਕਿ ਜੇ ਤੇ ਤੁਸੀਂ ਬਲੈਂਕਸ ਵੇਂਦੇ ਹੈਗੇ ਹੋ ਆਫਟਰ ਕੋਮਾ ਦੈਨ ਯੂਜ਼ ਕਰਨਾ WH ਫੈਮਿਲੀ ਵਾਲਾ ਕੋਈ ਵੀ ਵਰਡ ਇਨਸਟੈਡ ਆਫ, ਬਜਾਏ TH ਵਾਲੇ। TH ਜਿਹੜਾ T ਤੋਂ ਸਟਾਰਟ ਵਰਡ ਹੁੰਦਾ ਉਹਦੀ ਬਜਾਏ WH ਵਾਲਾ ਆਏਗਾ ਜੇ ਤੁਸੀਂ ਕੋਮੇ ਤੋਂ ਬਾਅਦ ਅੱਗੇ ਆਉਂਦਾ। ਹੁਣ ਹੈਗਾ ਵਾ ਦਾ ਪੈਨਸ, ਪੈਨਸ ਤੋਂ ਅੱਗੇ ਲੱਗਾ ਕੋਮਾ। ਹੁਣ ਕੋਮੇ ਤੋਂ ਬਾਅਦ ਹਮੇਸ਼ਾ WH ਫੈਮਿਲੀ ਵਾਲਾ ਇੱਥੇ ਬਲੈਂਕਸ 'ਚ ਆਪਾਂ ਸਮਝ ਲਈਏ ਕਿ ਵਿੱਚ ਵਾਲੀ ਜਗ੍ਹਾ ਬਲੈਂਕਸ ਹੈਗੀ ਆ ਤੇ ਇੱਥੇ ਹਮੇਸ਼ਾ ਹੀ WH ਫੈਮਿਲੀ ਤੋਂ ਹੀ ਆਊਗਾ ਕਿਉਂਕਿ ਇਸ ਤੋਂ ਪਹਿਲਾਂ ਕੋਮਾ ਲੱਗਾ ਹੈ। ਇਸ ਤੋਂ ਪਹਿਲੇ ਦੇ ਵਿੱਚ ਹੈਗਾ ਵਾ ਦਾ ਪੈਨਸ, ਕੋਮਾ ਨਹੀਂ ਲੱਗਾ ਡੈਟ ਲੱਗਾ ਹੈ। ਠੀਕ ਹੈ, ਡੈਟ ਹੈਵ ਬਲੂ ਕਲਰ ਆਰ ਓਲਡ, ਇਹ ਗੱਲ ਤਾਂ ਵੱਖਰੀ ਹੋ ਗਈ। ਹੁਣ ਸੈਕਿੰਡ ਦੇ ਵਿੱਚ ਕੀ ਆ ਕੋਮਾ ਲੱਗਾ ਸੀ ਪੈਨਸ ਤੋਂ ਬਾਅਦ, ਅੱਗੇ ਫਿਰ ਵਿੱਚ ਲੱਗੇਗਾ WH ਫੈਮਿਲੀ ਵਾਲਾ ਲੱਗੇਗਾ। ਜਦੋਂ ਵੀ ਕੋਮਾ ਲੱਗਾ ਹੋਵੇ ਸੈਂਟੈਂਸ ਕੋਈ ਬਲੈਂਕਸ ਹੈਗੀ ਆ ਕੋਮਾ ਲੱਗਾ ਅੱਗੇ ਤੁਹਾਨੂੰ ਡੈਸ਼ ਦਿੱਤੀ ਹੈਗੀ ਆ ਬਲੈਂਕਸ ਦਿੱਤੀ ਹੈਗੀ ਆ ਉਹਦੇ ਵਿੱਚ WH ਫੈਮਿਲੀ ਵਾਲਾ ਹੀ ਵਰਡ ਆਏਗਾ ਨਾ ਕਿ TH ਫੈਮਿਲੀ ਵਾਲਾ। ਕੋਮੇ ਤੋਂ ਬਾਅਦ WH ਫੈਮਿਲੀ ਵਾਲਾ ਹੀ ਆਏਗਾ, ਕਦੀ ਵੀ TH ਫੈਮਿਲੀ ਵਾਲੇ ਨੂੰ ਉਸ ਵੇਲੇ ਐਲੀਮੀਨੇਟ ਕਰ ਦੇਣਾ। ਮੈਨੂੰ ਇਸ ਜਿਹੜੇ ਹੈਗੀ ਆ ਇਹਦੇ ਨਾਲ ਰਿਲੇਟਡ ਰੂਲ ਦੇ ਰਿਲੇਟਡ ਰੀਅਲ ਐਗਜ਼ਾਮ ਵਿੱਚ 2 ਬਲੈਂਕਸ ਆਈਆਂ ਸੀ ਜਿਨ੍ਹਾਂ ਵਿੱਚ ਮੈਂ ਸੌਖਿਆਂ ਹੀ ਜਿਹੜਾ ਹੈਗਾ TH ਫੈਮਿਲੀ ਵਾਲਿਆਂ ਨੂੰ ਐਲੀਮੀਨੇਟ ਕੀਤਾ ਸੀ ਤੇ ਮੈਨੂੰ WH ਫੈਮਿਲੀ ਵਾਲੇ ਵਿੱਚ 2 ਵਰਡ ਸੀ ਜਿਨ੍ਹਾਂ ਨੂੰ ਮੈਂ ਉਹਦੇ ਸੈਂਸ ਦੇ ਅਕੋਰਡਿੰਗ ਜਿਹੜਾ ਪਿਕ ਕੀਤਾ ਸੀ ਉੱਥੇ ਪੁੱਟ ਕੀਤਾ ਸੀ। ਤੇ ਇਸ ਲਈ ਜਦੋਂ ਵੀ ਕੋਮਾ ਆਵੇ ਤੇ ਉਸ ਤੋਂ ਅੱਗੇ WH ਫੈਮਿਲੀ ਵਾਲਾ ਬਲੈਂਕਸ ਵਿੱਚ ਲੱਗੇਗਾ। ਜੇ ਤੁਹਾਨੂੰ ਉਤਰਾ ਹੀ ਦਿੱਤਾ ਹੈਗਾ ਵਾ ਕਿਉਂਕਿ ਵਿੱਚ ਇਹ ਜਿਹੜਾ ਹੈਗਾ ਵਿੱਚ ਇਹ ਰਿਪਰੈਜ਼ੈਂਟ ਕਰਦਾ ਕੋਮੇ ਤੋਂ ਬਾਅਦ ਜਿਹੜਾ ਹੈਗਾ ਵਾ ਉਹ ਐਕਸਟਰਾ ਇਨਫੋਰਮੇਸ਼ਨ ਦੱਸਦਾ। ਜਿਵੇਂ ਹੁਣ ਦਾ ਪੈਨਸ ਆ ਵਿਚ ਹੈ ਬਲੂ ਕਲਰ ਆਰ ਓਲਡ, ਹੁਣ ਪੈਨ ਦੇ ਬਾਰੇ ਦੱਸਣ ਦਿਆ ਉਹਨਾਂ ਦਾ ਕਲਰ ਕਿਹੜਾ ਸੀ, ਇਸ ਕਰਕੇ ਕੋਮੇ ਤੋਂ ਬਾਅਦ ਜਿਹੜਾ ਹੈਗਾ ਵਾ ਉਹਦੀ ਐਕਸਟਰਾ ਇਨਫੋਰਮੇਸ਼ਨ ਦੱਸਦਾ ਹੈਗਾ ਵਾ। ਇਸ ਲਈ ਕੋਮੇ ਤੋਂ ਬਾਅਦ ਹਮੇਸ਼ਾ ਹੀ WH ਫੈਮਿਲੀ ਵਾਲਾ ਹੀ ਵਰਡ ਲਗਾਉਣਾ। ਇਹ ਬਲੈਂਕਸ ਆ ਸਕਦੀ ਹੈ, ਧਿਆਨ ਵਿੱਚ ਰੱਖਣਾ ਜਦੋਂ ਵੀ ਪੈਸੇਜ ਕਰਦੇ ਜੀ ਉਹ ਪੈਸੇਜ ਦੇ ਵਿੱਚ ਦੇਖਣਾ ਕਿ ਹਾਂ ਕਿਤੇ ਕੋਮਾ ਲੱਗਾ ਹੋਇਆ ਵਾ ਉਸ ਤੋਂ ਬਾਅਦ ਆਪਸ਼ਨਾਂ ਕਿਹੜੀਆਂ ਆ ਰਹੀਆਂ ਤੇ ਉਹਦੇ ਅਕੋਰਡਿੰਗ ਉਹਨੂੰ ਵਰਤ ਸਕਦੇ ਸੀ। ਉਸ ਤੋਂ ਅੱਗੇ ਆਉਂਦਾ ਆਰਟੀਕਲ। ਆਰਟੀਕਲ ਏ ਐਂਡ ਦਾ, ਇਹ 3 ਆਰਟੀਕਲਸ ਆ,
ਇਹਨਾਂ ਤੋਂ ਬਾਅਦ ਹਮੇਸ਼ਾ ਹੀ ਨਾਉਨ ਲੱਗੇਗਾ। ਏ ਤੇ ਐਨ ਤੋਂ ਬਾਅਦ ਸਿੰਗੂਲਰ ਜਿਹੜਾ ਹੈਗਾ ਨਾਉਨ ਲੱਗੇਗਾ, ਤੇ ਦਾ ਤੋਂ ਬਾਅਦ ਪਲੂਰਲ ਜਿਹੜਾ ਨਾਉਨ ਆ ਉਹ ਲੱਗੇਗਾ। ਹੁਣ ਸਿੰਗੂਲਰ ਉਹ ਹੋ ਗਿਆ, ਜਿਵੇਂ ਦਿਸ ਇਜ਼ ਆ ਪੈਨ, ਏ ਤੋਂ ਬਾਅਦ ਪੈਨ ਲੱਗਾ। ਦਿਸ ਇਜ਼, ਜਿਵੇਂ ਮੰਨ ਲਓ ਕਿ ਦਾ ਲੱਗਾ ਹੈਗਾ ਵਾ, ਹੁਣ ਦਾ ਤੋਂ ਬਾਅਦ ਜਿਵੇਂ ਪੈਨਸ ਲੱਗਾ ਹੁੰਦਾ ਵਾ, ਦਾ ਤੋਂ ਬਾਅਦ ਕੀ ਪਲੂਰਲ ਆਏਗਾ ਜਿਨ੍ਹਾਂ ਨਾਲ ਐਸ ਜਾਂ ਈ ਐਸ ਲੱਗੀ ਹੁੰਦੀ ਹੈ। ਏ ਐਨ ਤੋਂ ਬਾਅਦ ਸਿੰਗੂਲਰ ਆਊਗਾ, ਜਿਵੇਂ ਆ ਪੈਨ ਜਾਂ ਪੈਨਸਿਲ, ਕੁਛ ਵੀ ਇਸੇ ਤਰ੍ਹਾਂ। ਹੁਣ ਜਾਂ ਤੇ ਆਰਟੀਕਲ ਤੋਂ ਬਾਅਦ ਆਪਾਂ ਨੂੰ ਏ ਐਨ ਦਾ ਦਿੱਤਾ, ਉਸ ਤੋਂ ਬਾਅਦ ਆਪਾਂ ਨੂੰ ਬਲੈਂਕਸ ਦਿੱਤੀ ਆ, ਉਸ ਤੋਂ ਅੱਗੇ ਪ੍ਰੋਪੋਜੀਸ਼ਨ ਲੱਗੀ ਜਾਂ ਕੁਛ ਹੋਰ ਲੱਗਾਗਾ, ਤੇ ਏ ਐਨ ਤੋਂ ਬਾਅਦ ਨਾਉਨ ਲੱਗੇਗਾ। ਹੁਣ ਜੇਕਰ ਆਰਟੀਕਲ ਲੱਗਾ ਹੈਗਾ ਵਾ, ਏ ਐਨ ਦਾ ਲੱਗਾ ਹੈਗਾ ਵਾ, ਉਸ ਤੋਂ ਬਾਅਦ ਏ ਤੋਂ ਬਾਅਦ ਆਪਾਂ ਨੂੰ ਬਲੈਂਕਸ ਜਿਹੜੀ ਹੈਗੀ ਆ ਆਈ ਹੈਗੀ ਆ, ਤੇ ਨਾਉਨ ਜਿਹੜਾ ਉਹਦੇ ਅੱਗੇ ਲੱਗਾ ਹੈਗਾ। ਨਾਉਨ ਸਮਝਦੇ ਹੋ, ਨਾਉਨ ਦਾ ਮਤਲਬ ਕੋਈ ਵੀ ਚੀਜ਼ ਦਾ ਨਾਮ। ਹੁਣ ਨਾਉਨ ਨੂੰ ਬਹੁਤ ਸਾਰੇ ਜਿਹੜੇ ਹੈਗੇ ਆ ਰੀਡਿੰਗ ਕਰਦੇ ਸਮੇਂ ਨਾਉਨ ਨਹੀਂ ਸਮਝਦੇ, ਕਿਉਂਕਿ ਹੁਣ ਇੰਨਾ ਸੌਖਾ ਨਾਉਨ ਤੇ ਉੱਥੇ ਆਉਂਦਾ ਨਹੀਂ ਹੈਗਾ ਕਿ ਪੈਨ ਜਾਂ ਪੈਨਸਿਲ ਦੀ ਗੱਲ ਹੋਵੇ। ਉੱਥੇ ਗੱਲ ਜਿਹੜੀ ਹੁੰਦੀ ਆ, ਆਪਾਂ ਨੂੰ ਨਾਉਨ ਨਹੀਂ ਛੇਤੀ ਫਾਈਂਡ ਕਰ ਸਕਦੇ। ਹੁਣ ਜਦੋਂ ਵੀ TION SION MENT ਮੈਂਟ ਜਾਂ ENCE ਇਸ ਤਰ੍ਹਾਂ ਦੇ ਲਾਸਟ ਤੇ ਵਰਡ ਲੱਗੇ ਹੋਣ, ਉਹ ਨਾਉਨ ਹੁੰਦਾ। ਇਸ ਦੇ ਮੈਂ ਇੱਕ ਅਗਲੇ ਜਿਹੜੇ ਹੈਗੇ ਵੀ ਮੈਂ ਜਿਹੜੇ ਟਿਪਸ ਆ ਨਾ ਅੱਗੇ ਤੁਹਾਨੂੰ ਦੱਸਾਂਗਾ ਕਿ ਨਾਉਨ ਨੂੰ ਕਿਵੇਂ ਪਛਾਣਨਾ, ਨਾਉਨ ਦੀ ਕਿਵੇਂ ਪਛਾਣ ਕਰ ਸਕਦੇ ਆ, ਐਡਜੈਕਟਿਵ ਦੀ ਕਿਵੇਂ ਪਛਾਣ ਕਰ ਸਕਦੇ ਆ, ਐਡਵਰਬ ਦੀ ਕਿਵੇਂ ਪਛਾਣ ਕਰ ਸਕਦੇ ਆ। ਕਈ ਤੇ ਜਿਹੜੀਆਂ ਵਰਬ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ, ਉਹ ਪਤਾ ਨਹੀਂ ਲੱਗਦਾ ਕਿ ਨਾਉਨ ਆ, ਇਹ ਐਡਜੈਕਟਿਵ ਆ ਜਾਂ ਐਡਵਰਬ ਆ। ਉਹ ਵੀ ਮੈਂ ਡਿਸਕਸ ਕਰੂੰਗਾ ਕਿ ਵਰਬ ਦੀ ਪਛਾਣ ਕਿਸ ਤਰ੍ਹਾਂ ਕਰਨੀ ਆ, ਕਿਉਂਕਿ ਆਪਾਂ ਜਿਹੜੀਆਂ ਵਰਬ ਦੇਖੀਆਂ ਹੁੰਦੀਆਂ, ਸੁਣੀਆਂ ਹੁੰਦੀਆਂ, ਪੜ੍ਹੀਆਂ ਹੁੰਦੀਆਂ, ਉਹ ਥੋੜ੍ਹੀਆਂ ਜਿਹੀਆਂ ਸਿੰਪਲ ਹੁੰਦੀਆਂ, ਪਰ ਥੋੜ੍ਹੀਆਂ ਜਿਹੀਆਂ ਡਿਫੀਕਲਟ ਜਿਹੜੀਆਂ ਹੈਗੀਆਂ ਉਹ ਵਰਬ ਆ ਜਾਂਦੀਆਂ, ਆਪਾਂ ਨੂੰ ਵਰਬ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਇਹ ਵੀ ਮੈਂ ਟਿਪਸ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰੂੰਗਾ। ਹੁਣ ਜਦੋਂ ਵੀ ਹੁਣ ਬਲੈਂਕਸ ਦੇ ਵਿੱਚ ਤੋਂ ਬਾਅਦ ਤੁਹਾਨੂੰ ਨਾਉਨ ਦਿੱਤਾ ਹੈ, ਬਲੈਂਕਸ ਦੇ ਵਿੱਚ ਐਡਜੈਕਟਿਵ ਆਏਗਾ। ਐਡਜੈਕਟਿਵ ਦਾ ਮਤਲਬ, ਐਡਜੈਕਟਿਵ ਉਹ ਹੁੰਦਾ ਵਾ ਜੋ ਜਿਹੜਾ ਨਾਉਨ ਦੇ ਬਾਰੇ ਹੋਰ ਇਨਫੋਰਮੇਸ਼ਨ ਦਿੰਦਾ ਹੈਗਾ, ਐਡੀਸ਼ਨਲ ਉਹਦੇ ਬਾਰੇ ਕੁਝ ਹੋਰ ਜਾਣਕਾਰੀ ਦਿੰਦਾ ਨਾਉਨ ਦੇ ਬਾਰੇ। ਹੁਣ ਇਹ ਬਿਊਟੀਫੁਲ ਦਾ ਜਿਹੜਾ ਪੈਨ ਹੈਗਾ ਨਾਉਨ, ਉਹਦੇ ਬਾਰੇ ਬਿਊਟੀਫੁਲ ਹੋਰ ਉਹਦੇ ਬਾਰੇ ਜਾਣਕਾਰੀ ਦੇ ਰਿਹਾ ਕਿ ਉਹ ਸੁੰਦਰ ਹੈਗਾ ਵਾ, ਬਿਊਟੀਫੁਲ ਹੈਗਾ ਵਾ। ਪੈਨ ਦੇ ਬਾਰੇ ਹੋਰ ਇਨਫੋਰਮੇਸ਼ਨ ਦੇ ਰਿਹਾ ਹੈਗਾ। ਇਸੇ ਤਰ੍ਹਾਂ ਮਾਈ, ਅਵਰ, ਯੂਅਰ, ਹਿਜ, ਹਰ, ਇਟ ਇਜ਼, ਦੇਅਰ, ਡੈਡ, ਇਹਨਾਂ ਤੋਂ ਬਾਅਦ ਵੀ ਨਾਉਨ ਲੱਗੇਗਾ। ਜੇ ਨਾਉਨ ਨਹੀਂ ਆ ਰਿਹਾ, ਨਾਉਨ ਤੋਂ ਪਹਿਲਾਂ ਐਡਜੈਕਟਿਵ ਆਏਗਾ, ਤੇ ਐਡਜੈਕਟਿਵ ਤੋਂ ਬਾਅਦ ਨਾਉਨ ਆਏਗਾ। ਠੀਕ ਹੈ ਨਾ, ਇਹੋ ਹੀ ਹੈ ਮੇਨ ਇਹਨਾਂ ਦਾ ਜਿਹੜਾ ਹੈਗਾ ਵਾ ਨਿਚੋੜ, ਇਹੋ ਹੀ ਆ ਕਿ ਜਾਂ ਤੇ ਆਰਟੀਕਲ ਤੋਂ ਬਾਅਦ ਏ ਐਨ ਦਾ ਤੋਂ ਬਾਅਦ, ਜਾਂ ਮਾਈ, ਅਵਰ, ਯੂਅਰ, ਹਿਜ, ਹਰ, ਇਹਨਾਂ ਤੋਂ ਬਾਅਦ ਸਿੱਧਾ ਹੀ ਅੱਗੇ ਨਾਉਨ ਆਊਗਾ ਬਲੈਂਕਸ ਵਿੱਚ, ਤੇ ਜਾਂ ਫਿਰ ਐਡਜੈਕਟਿਵ ਬਲੈਂਕਸ ਵਿੱਚ ਹੋਊਗਾ ਕਿ ਨਾਉਨ ਅੱਗੇ ਆਪਾਂ ਨੂੰ ਦਿੱਤਾ ਹੋਊਗਾ, ਬਲੈਂਕਸ ਵਿੱਚ ਐਡਜੈਕਟਿਵ ਆਏਗਾ। ਇਹ ਮੇਨ ਗੱਲ ਧਿਆਨ ਵਿੱਚ ਰੱਖਣੀ। ਜਦੋਂ ਵੀ ਹੁਣ ਆਪਾਂ ਨਾਉਨ ਨੂੰ ਸਮਝਣਾ, ਆਪਾਂ ਮਾਈ ਲਾ ਕੇ ਐਡਜੈਕਟਿਵ ਨੂੰ ਸੌਖਿਆਂ ਨਾਉਨ ਨੂੰ ਸਮਝ ਸਕਦੇ ਹਾਂ, ਕਿਉਂਕਿ ਮਾਈ ਤੋਂ ਬਾਅਦ ਹਮੇਸ਼ਾ ਨਾਉਨ ਆਉਂਦਾ। ਜਿਵੇਂ ਮਾਈ ਪੈਨ, ਮਾਈ ਬੁੱਕਸ, ਮਾਈ ਪੈਨ, ਮਾਈ ਪੈਨਸਿਲ, ਮਾਈ ਹਾਊਸ, ਮਾਈ ਵਰਡ ਲਾ ਕੇ ਤੁਸੀਂ ਨਾਉਨ ਨੂੰ ਇਜ਼ੀਲੀ ਪਛਾਣ ਸਕਦੇ ਹੋ। ਹੁਣ ਜੇ ਤੁਸੀਂ ਕਹੋਗੇ ਮਾਈ ਲੈਪਟਾਪ, ਤੇ ਇਸੇ ਤਰ੍ਹਾਂ ਚਲੋ ਅੱਗੇ ਆਪਾਂ ਹੋਰ ਡਿਸਕਸ ਕਰਾਂਗੇ। ਤੁਹਾਨੂੰ ਜਿਹੜਾ ਹੈਗਾ ਔਖੇ ਔਖੇ ਥੋੜ੍ਹੇ ਜਿਹੇ ਵਕੈਬ ਦੇ ਨਾਉਨ ਨਾਲ ਰਿਲੇਟਡ ਵਰਡ ਲੈ ਕੇ ਆਵਾਂਗੇ, ਆਪਾਂ ਮਾਈ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਸਮਝ, ਤਾਂ ਮਾਈ ਲਾ ਕੇ ਆਪਾਂ ਉਹਨੂੰ ਸੌਖਿਆਂ ਸਮਝ ਸਕਦੇ ਹੈਗੇ ਆ ਕਿ ਇਹ ਨਾਉਨ ਹੈਗਾ ਵਾ ਤੇ ਕੀ ਹੈਗਾ ਵਾ। ਜੇ ਨਹੀਂ, ਕਈ ਵਾਰ ਨਹੀਂ ਨਾਉਨ ਜਿਹੜਾ ਹੈਗਾ ਫਾਈਂਡ ਕੀਤਾ ਜਾਂਦਾ, ਪਤਾ ਲੱਗਦਾ, ਤੇ ਇਸ ਤਰ੍ਹਾਂ ਕਰ ਸਕਦੇ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਵਾ, ਜਿਹੜਾ ਹੈਗਾ ਰੂਲ, ਉਹ ਇਹ ਹੈਗਾ ਵਾ ਕਿ ਟੂ ਤੋਂ ਬਾਅਦ ਜਿਹੜੀ ਹੈਗੀ ਆ ਫਸਟ ਫਾਰਮ ਹਮੇਸ਼ਾ ਆਉਂਦੀ ਹੈਗੀ ਆ। ਉਹ ਵੀ ਅਗਲੇ ਆਪਾਂ ਜਿਹੜੇ ਹੈਗੇ ਟਿਪਸ ਉਹਦੇ ਵਿੱਚ ਡਿਸਕਸ ਕਰਾਂਗੇ। ਹੁਣ ਮੈਂ ਨਾ ਇੱਕ ਪੈਰਾ ਲਿਆਂਦਾ ਹੈ ਤੁਹਾਡੇ ਸਾਹਮਣੇ, ਪੈਰਾਗ੍ਰਾਫ, ਇੱਕ ਪੈਸੇਜ ਲਿਆਂਦਾ ਹੈ। ਇਹ ਹੈਗਾ ਵਾ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ ਦਾ, ਜਿਹਦੇ ਵਿੱਚ ਆਪਾਂ ਨੂੰ ਪਹਿਲੀ ਬਲੈਂਕਸ, 2, 3, 4 ਬਲੈਂਕਸ ਹੈ, ਤੇ ਚੌਵਾਂ ਦੀਆਂ ਇੱਕ ਬਲੈਂਕਸ ਦੀਆਂ 4 ਆਪਸ਼ਨਾਂ ਦਿੱਤੀਆਂ ਹੋਈਆਂ ਆਪਾਂ ਨੂੰ। 4 ਆਪਸ਼ਨਾਂ ਦਿੱਤੀਆਂ ਹੋਈਆਂ ਇੱਕ ਬਲੈਂਕਸ ਵਾਸਤੇ। ਜਿੱਥੇ 1 ਲਿਖਿਆ ਹੋਇਆ ਵਾ ਉੱਥੇ ਬਲੈਂਕਸ ਹੈਗੀ ਹੈ, ਜਿੱਥੇ ਹੁਣ 2 ਲਿਖਿਆ ਹੋਇਆ ਇੱਥੇ ਸੈਕਿੰਡ ਹੈ, ਇੱਥੇ 3 ਲਿਖਿਆ ਹੈ, ਇੱਥੇ 4, ਇਹ 4 ਬਲੈਂਕਸ ਆਪਾਂ ਨੂੰ ਆਈਆਂ, ਤੇ ਚੌਵਾਂ ਦੀਆਂ ਅੱਗੇ 4 ਆਪਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਨੇ। ਇਹ ਜਿਹੜੀਆਂ ਬਲੈਂਕਸ ਆ, ਇਹਦੇ ਜਿਹੜੇ ਸਕੋਰ ਹੈਗੇ ਆ ਰੀਡਿੰਗ ਵਿੱਚ ਵੀ ਐਡ ਹੁੰਦੇ ਆ, ਉਸ ਦੇ ਨਾਲ ਨਾਲ ਰਾਈਟਿੰਗ ਵਿੱਚ ਵੀ ਇਹਦੇ ਸਕੋਰ ਜਿਹੜੇ ਐਡ ਹੁੰਦੇ ਆ। ਇਸ ਕਰਕੇ ਜਦੋਂ ਵੀ ਜਿਹੜਾ ਪੈਸੇਜ ਤੁਹਾਡੇ ਸਾਹਮਣੇ ਆਉਂਦਾ ਵਾ, ਉਹਨੂੰ ਸਭ ਤੋਂ ਪਹਿਲਾਂ
ਪੰਜਾਬੀ ਵਿੱਚ ਨੂੰ ਸਮਝ ਕੇ ਦੇਖੋ, ਹਾਂ ਮੈਂ ਪੰਜਾਬੀ ਵਿੱਚ ਕਨਵਰਟ ਕਰਕੇ ਵੇਖੋ ਕਿ ਉਹਦੇ ਕੰਟੈਂਟ ਤੱਕ ਜਾਓ ਕਿ ਗੱਲ ਕਾਹਦੇ ਬਾਰੇ ਹੋ ਰਹੀ ਆ। ਰੀਡਿੰਗ ਦੇ ਵਿੱਚ ਮੇਨ ਇਹੋ ਗੱਲ ਆ ਕਿ ਉਹ ਪੂਰਾ ਜਿਹੜਾ ਹੈਗਾ ਵਾ ਪੈਰਾ ਉਹਨੂੰ ਪੜ੍ਹਨਾ ਵਾ, ਅੰਡਰਸਟੈਂਡ ਕਰਨਾ ਹੈਗਾ, ਉਹਨੂੰ ਸਮਝਣਾ ਵਾ, ਆਈਡੀਆ ਦਾ ਮੇਨ ਫੋਕਸ ਕੀ ਹੈਗਾ ਵਾ, ਉਹਦਾ ਕੰਟੈਂਟ ਕੀ ਆ, ਕਾਹਦੇ ਬਾਰੇ ਗੱਲ ਹੋ ਰਹੀ ਆ। ਅਤੇ ਫਿਰ ਉਹ ਪਤਾ ਕਰਨ ਤੋਂ ਬਾਅਦ ਉਹਦੇ ਵਿੱਚ ਵੇਖਣਾ ਹੈਗਾ ਕਿ ਜਿਹੜੀ ਬਲੈਂਕਸ ਸੂਟੇਬਲ ਕਿਹੜੀ ਹੋਵੇਗੀ, ਕਿਹੜੀ ਪੁੱਟ ਕੀਤੀ ਜਾ ਸਕਦੀ ਹੈਗੀ ਆ। ਜੇ ਆਪਾਂ ਹੁਣ ਪੈਰਾ ਨਹੀਂ ਸਮਝਾਂਗੇ, ਸਿੱਧਾ ਬਲੈਂਕਸ 'ਤੇ ਚੱਲ ਜਾਂਗੇ, ਤੁੱਕਾ ਲਾ ਦਾਂਗੇ, ਉਹ ਤਾਂ ਫਿਰ ਰੱਬ ਆਸਰੇ ਜਾਂ ਸਹੀ ਹੋ ਗਈ ਜਾਂ ਗਲਤ ਹੋ ਗਈ। ਜੇ ਸਹੀ ਲੱਗ ਗਿਆ ਤੁੱਕਾ ਤਾਂ ਫਿਰ ਸਹੀ। ਪਰ ਮੈਂ ਤੁਹਾਨੂੰ ਇਹੀ ਕਹਿਣਾ ਵਾ ਕਿ ਗ੍ਰਾਮਰਸ ਦੇ ਰੂਲ ਜਿਹੜੇ ਮੈਂ ਦੱਸੂਗਾ ਨਾ, ਘੱਟ ਤੋਂ ਘੱਟ 20-25 ਰੂਲਸ ਹੈਗੇ ਆ, ਇਹਨਾਂ ਦੇ ਅਕੋਰਡਿੰਗ ਤੁਸੀਂ ਬਹੁਤ ਵਧੀਆ ਇੱਕ ਪੈਸੇਜ ਦੇ ਵਿੱਚ ਮੰਨ ਲਓ ਤੁਸੀਂ 2-3 ਬਲੈਂਕਸ ਜਿਹੜੀਆਂ ਹੈਗੀਆਂ ਸਹੀ ਹੋ ਸਕਦੀਆਂ, ਕਿਉਂਕਿ ਜਾਂ ਤਾਂ ਵਕੈਬ ਦੇ ਰਿਲੇਟਡ ਜ਼ਿਆਦਾਤਰ ਜਿਹੜੀਆਂ ਹੈਗੀਆਂ ਬਲੈਂਕਸ ਹੁੰਦੀਆਂ ਵਕੈਬ ਨਾਲ ਰਿਲੇਟਡ ਹੁੰਦੀਆਂ, ਜਾਂ ਫਿਰ ਗ੍ਰਾਮਰ ਰੂਲਸ ਦੇ ਨਾਲ ਸਿੱਧੇ ਸਿੱਧੇ ਗ੍ਰਾਮਰ ਨਾਲ ਅੱਗੇ ਜੇ ਤੁਹਾਡੇ ਆਨਸਰ ਪਏ ਹੁੰਦੇ ਆ, ਬਹੁਤ ਛੇਤੀ ਆਨਸਰ ਜਿਹੜੇ ਫਾਈਂਡ ਕਰ ਸਕਦੇ ਜੀ। ਅਤੇ ਹੁਣ ਇਹ ਜਿਹੜਾ ਆਪਣਾ ਰੂਲ ਹੈ ਨਾ, ਇੱਕ ਹੋਰ ਹੈ ਕਿ ਆਪਾਂ ਨੂੰ ਇਹ ਵੀ ਜਾਣਨਾ ਪੈਣਾ ਕਿ ਜਿਹੜਾ ਟੈਂਸ ਦੇ ਅਕੋਰਡਿੰਗ ਜਿਹੜਾ ਕਿਹੜਾ ਪੈਸੇਜ ਜਿਹੜਾ ਹੈਗਾ ਵਾ ਪਾਸਟ ਵਿੱਚ ਚੱਲ ਰਿਹਾ ਵਾ, ਫਿਊਚਰ ਵਿੱਚ ਚੱਲ ਰਿਹਾ ਵਾ, ਜਾਂ ਪ੍ਰੈਜੈਂਟ ਵਿੱਚ ਚੱਲ ਰਿਹਾ ਹੈ। ਪ੍ਰੋਪੋਜੀਸ਼ਨ ਦਾ ਵੀ ਖਿਆਲ ਰੱਖਣਾ ਹੈਗਾ ਵਾ। ਅਤੇ ਉਹ ਤੋਂ ਬਾਅਦ ਕਈ ਵਾਰ ਜਿਹੜੀਆਂ ਹੈਗੀਆਂ ਵਾ ਡਿਫੀਕਲਟ ਵਰਡ ਹੁੰਦੇ ਆ। ਜੇ ਮੰਨ ਲਓ ਆਪਾਂ ਨੂੰ 4 ਵਰਡ ਫਸਟ ਬਲੈਂਕਸ ਵਿੱਚ 4 ਆਪਸ਼ਨਾਂ ਦਿੱਤੀਆਂ ਹੈਗੀਆਂ, ਤਿੰਨਾਂ ਦੇ ਆਪਾਂ ਮੀਨਿੰਗ ਸਮਝ ਰਹੇ ਹੈਗੇ, ਚੌਥਾ ਡਿਫੀਕਲਟ ਹੈਗਾ, ਨਹੀਂ ਫਸਟ ਛੱਡੋ ਤੁਸੀਂ ਥਰਡ 'ਚ ਵੇਖੋ, ਇਹਦੇ ਵਿੱਚ ਆਪਾਂ ਨੂੰ ਔਖੀਆਂ ਦਿੱਤੀਆਂ ਹੈਗੀਆਂ ਵਾ ਕਿ ਤਿੰਨਾਂ ਦੀਆਂ ਮੀਨਿੰਗ ਸਮਝ ਰਹੇ ਹੈਗੇ, ਚੌਥੇ ਦਾ ਨਹੀਂ ਮੀਨਿੰਗ ਪਤਾ। ਹੁਣ ਤਿੰਨੇ ਜਿਹੜੀਆਂ ਹੈਗੀਆਂ ਵਾ ਇਹਨਾਂ ਨੂੰ ਬਲੈਂਕਸ ਵਿੱਚ ਲਾ ਕੇ ਦੇਖੋ ਕਿਹੜੀ ਤਿੰਨੇ ਸ਼ੂਟੇਬਲ ਆ, ਫਿੱਟ ਆਉਂਦੀ ਕੋਈ, ਜੇ ਨਹੀਂ ਆਉਂਦੀ ਤਾਂ ਫਿਰ ਉਹ ਔਖੇ ਵਾਲਾ ਹੋ ਸਕਦਾ। ਇਹ ਵੀ ਐਲੀਮੀਨੇਟ ਮੈਥਡ ਜਿਹੜਾ ਯੂਜ਼ ਕਰ ਸਕਦੇ ਤੁਸੀਂ ਰੀਡਿੰਗ ਦੇ ਵਿੱਚ, ਫਿਲ ਇਨ ਬਲੈਂਕਸ ਦੇ ਵਿੱਚ। ਅਤੇ ਇਹਦੇ ਵਿੱਚ ਜਿਹੜਾ ਆਪਣਾ ਰੂਲ ਦੇ ਅਕੋਰਡਿੰਗ ਜਿਹੜਾ ਹੈਗਾ ਵਾ ਨਾ, ਫਸਟ ਬਲੈਂਕਸ ਜਿਹੜੀ ਹੈਗੀ ਆ, ਐਟ ਦਾ ਐਂਡ ਆਫ ਦਾ ਕਲੋਨੀਅਲ ਇਰਾ ਐਸ ਮੈਨੀ ਨਿਊ ਨੇਸ਼ਨਸ ਗੇਨਡ ਇੰਡੀਪੈਂਡੈਂਸ, ਕਿ ਜਿਹੜੇ ਨਵੇਂ ਜਿਹੜੇ ਹੈਗੇ ਆ ਨੇਸ਼ਨ ਉਹ ਗੇਨ ਪ੍ਰਾਪਤ ਕਰ ਰਹੇ ਹੈਗੇ ਆ, ਆਜ਼ਾਦੀ ਜਿਹੜੀ ਹੈ ਇੰਡੀਪੈਂਡੈਂਸ ਪ੍ਰਾਪਤ ਕਰ ਰਹੇ ਹੈਗੇ ਆ। ਰਿਲੇਟਿਵ ਲੈਵਲਸ ਆਫ ਇਕਨੋਮਿਕ ਡਿਵੈਲਪਮੈਂਟ ਬਿਕੇਮ an important criterion by which to distinguish between countries. The former colonial powers and dash parts of the world generally became known as advanced industrial or developed countries. The former colonial powers and ਹੁਣ ਇੱਥੇ ਆਪਸ਼ਨ ਵਰਮਰ ਤੇ ਆਏਗੀ ਨਹੀਂ, ਵਰਮਰ ਦਾ ਇੱਥੇ ਫਿੱਟ ਹੀ ਨਹੀਂ ਬੈਠ ਰਿਹਾ, ਹੈਲਥੀਅਰ ਦਾ ਵੀ ਨਹੀਂ ਆਏਗਾ ਕਿਉਂਕਿ ਨੇਸ਼ਨ ਬਾਰੇ ਗੱਲ ਹੋ ਰਹੀ ਹੈ, ਹੈਲਥੀਅਰ ਵੀ ਨਹੀਂ ਆਏਗਾ, ਨਾ ਵਰਮਰ ਆਏਗਾ, ਰਿਚਰ ਆਏਗਾ ਜਾਂ ਵੈਲਥੀਅਰ ਆਏਗਾ। ਹੁਣ ਇਹਨਾਂ ਦੋਵਾਂ ਦੇ ਅਕੋਰਡਿੰਗ ਜਿਹੜਾ ਹੁਣ ਜਦੋਂ ਆਪਾਂ ਨੂੰ ਇੱਕੋ ਜਿਹੇ 2 ਵਰਡ ਆ ਜਾਂਦੇ ਹੈਗੇ ਆ ਜਿਨ੍ਹਾਂ ਦਾ ਮੀਨਿੰਗ ਸੇਮ ਹੋਵੇ, ਤੇ ਉਹਦੇ ਵਿੱਚ ਜਿਹੜਾ ਔਖੇ ਵਾਲਾ ਵਰਡ ਹੁੰਦਾ ਵਾ ਉਹ ਲੱਗੇਗਾ ਹਮੇਸ਼ਾ ਹੀ। ਮੰਨ ਲਓ 2 ਵਰਡ ਦਿੱਤੇ ਆ, ਦੋਵਾਂ ਦਾ ਮੀਨਿੰਗ ਸੇਮ ਹੈਗਾ ਵਾ, ਇੱਕ ਤਾਂ ਸਿੰਪਲ ਵਰਡ ਹੋ ਗਿਆ, ਇੱਕ ਥੋੜ੍ਹਾ ਜਿਹਾ ਵਕੈਬ ਦੇ ਅਕੋਰਡਿੰਗ ਔਖਾ ਵਾ, ਅਤੇ ਹਮੇਸ਼ਾ ਔਖਾ ਵਰਡ ਜਿਹੜਾ ਉਹ ਉੱਥੇ ਜਿਹੜਾ ਹੈਗਾ ਪੁੱਟ ਕਰਨਾ ਔਖਾ ਲੱਗੇਗਾ। ਹੁਣ ਇੱਥੇ ਵੈਲਥੀਅਰ ਜਿਹੜਾ ਹੈਗਾ ਵਾ ਇਹ ਲੱਗੇਗਾ। ਉਸ ਤੋਂ ਅੱਗੇ ਆਉਂਦਾ ਹੈਗਾ ਵਾ, ਆਪਾਂ ਗੱਲ ਕੀਤੀ ਔਰ ਡਿਵੈਲਪ ਕੰਟਰੀਜ਼, ਅੱਗੇ ਲੱਗਾ ਕੌਮਾ, ਕੌਮਾ ਤੋਂ ਬਾਅਦ ਮੈਂ ਕੀ ਦੱਸਿਆ ਕਿ WH ਫੈਮਿਲੀ ਵਾਲਾ ਆਏਗਾ। WH ਫੈਮਿਲੀ ਵਾਲਾ ਆਪਾਂ ਨੂੰ ਵਹਾਇਲ ਦਿੱਤਾ ਹੋਇਆ, ਇੱਥੇ ਵਹਾਇਲ ਲੱਗੇਗਾ। ਵਹਾਇਲ ਦਾ ਮਤਲਬ ਹੈਗਾ ਜਦ ਕਿ ਫਾਰਮਰ ਕੋਲੋਨੀਜ਼ ਐਂਡ ਪੂਰਰ ਨੇਸ਼ਨਸ ਬਿਕੇਮ ਨੋਨ ਐਸ ਲੈਸ ਡਿਵੈਲਪਡ, ਕਿ ਜਦ ਕਿ ਜਿਹੜੇ ਹੈਗੇ ਆ ਜਿਹੜੇ ਪੂਰ ਨੇਸ਼ਨ ਉਹ ਕੀ ਬਣ ਗਏ ਜਾਂ ਜਾਣੇ ਜਾਂਦੇ ਸੀ ਲੈਸ ਡਿਵੈਲਪ, ਜਿਹੜੇ ਕਿ ਘੱਟ ਵਿਕਸਿਤ ਹੋਏ ਆ, ਔਰ ਮੋਰ ਪੋਜ਼ਿਟਿਵਲੀ ਡਿਵੈਲਪਿੰਗ ਕੰਟਰੀਜ਼। ਕ੍ਰਿਟਿਕਸ ਆਫ ਦਾ, ਹੁਣ ਦਾ ਲੱਗਾ ਵਾ, ਅੱਗੇ ਬਲੈਂਕਸ ਆਈ, ਉਸ ਤੋਂ ਅੱਗੇ ਡਿਸਟਰੀਬਿਊਸ਼ਨ ਲੱਗਾ। ਹੁਣ ਡਿਸਟਰੀਬਿਊਸ਼ਨ ਦਾ ਇੱਥੇ ਮਤਲਬ ਕੀ ਹੈਗਾ ਵਾ, ਡਿਸਟਰੀਬਿਊਸ਼ਨ ਇੱਥੇ ਹੁਣ ਦਾ ਤੋਂ ਬਾਅਦ ਮੈਂ ਤੁਹਾਨੂੰ ਆਖਿਆ ਐਡਜੈਕਟਿਵ ਲੱਗੇਗਾ ਤੇ ਜਾਂ ਨਾਉਨ ਲੱਗੇਗਾ। ਹੁਣ ਨਾਉਨ ਆਪਾਂ ਨੂੰ ਅੱਗੇ ਦਿੱਤਾ ਹੈਗਾ ਵਾ, ਡਿਸਟਰੀਬਿਊਸ਼ਨ ਦਾ ਮਤਲਬ ਹੈਗਾ ਵਾ ਨਾਉਨ, ਕਿਉਂਕਿ ਜਿਹਦੇ ਨਾਲ TION ਲੱਗਾ ਹੋਵੇ, SION ਲੱਗਾ ਹੋਵੇ, ਮੈਂਟ ਲੱਗਾ ਹੋਵੇ, ENC ਲੱਗਾ ਹੋਵੇ, ANC ਲੱਗਾ ਹੋਵੇ, ਉਹਨਾਂ ਦੀ ਪਛਾਣ ਹੁੰਦੀ ਉਹ ਨਾਉਨ ਆ। ਹੁਣ ਇਹਦੀ ਪਛਾਣ ਕਿੱਥੋਂ, TION ਲੱਗਾ ਲਾਸਟ 'ਤੇ ਇਹ ਵਰਡ 'ਤੇ, ਇਸ ਕਰਕੇ ਮੈਂ ਅਗਲੇ ਜੋ ਵੀਡੀਓ ਵਿੱਚ ਇਹ ਤੁਹਾਡੇ ਨਾਲ ਡਿਸਕਸ ਕਰੂੰਗਾ ਪਾਰਟ 2 ਦੇ ਵਿੱਚ ਕਿ ਨਾਉਨ ਕਿਵੇਂ ਪਛਾਣ ਕਰਨੀ ਆ। ਇਹਦੇ ਵਿੱਚ TION ਲੱਗਾ ਇਸ ਕਰਕੇ ਨਾਉਨ। ਹੁਣ ਨਾਉਨ ਤੋਂ ਪਹਿਲਾਂ ਕੀ ਲੱਗੇਗਾ, ਐਡਜੈਕਟਿਵ। ਹੁਣ ਐਡਜੈਕਟਿਵ ਇਹਦੇ ਵਿੱਚ ਔਡ ਹੋ ਸਕਦਾ ਜਾਂ ਅਨਈਵਨ ਹੋ ਸਕਦਾ,
ਕਿਉਂਕਿ ਡਿਸਟ੍ਰੀਬਿਊਸ਼ਨ ਵੰਡ ਦੀ ਗੱਲ ਕਰ ਰਹੇ ਹੈਗੇ ਆ। ਤੇ ਅਨਈਵਨ ਆਏਗਾ, ਸ਼ੂਟੇਬਲ ਆਏਗਾ ਅਨਈਵਨ, ਇਹੋ ਸ਼ੂਟੇਬਲ ਹੈ। ਅਨਈਵਨ ਕੀ ਹੈਗਾ, ਐਡਜੈਕਟਿਵ ਹੈਗਾ ਵਾ ਜੋ ਡਿਸਟ੍ਰੀਬਿਊਸ਼ਨ ਬਾਰੇ ਜਿਹੜੀ ਹੋਰ ਜਾਣਕਾਰੀ ਦੇਣ ਰਿਹਾ ਹੈਗਾ, ਵੰਡ ਬਾਰੇ ਜਿਹੜਾ ਹੈਗਾ ਦੱਸ ਰਿਹਾ ਆਪਾਂ ਨੂੰ ਕਿ ਉਹ ਕਿੱਦਾਂ ਦੀ ਹੈਗੀ ਆ, ਇਕੁਅਲ ਹੈਗੀ ਆ ਜਾਂ ਅਨਈਕੁਅਲ ਹੈਗੀ ਆ। ਠੀਕ ਹੈ, ਇਸ ਕਰਕੇ ਜਿਹੜਾ ਡਿਸਟ੍ਰੀਬਿਊਸ਼ਨ ਨਾਉਨ ਹੈਗਾ ਵਾ, ਇਸੇ ਕਰਕੇ ਮੈਂ ਕਹਿ ਰਿਹਾ ਕਿ ਨਾਉਨ ਜਿਹੜਾ ਇੰਨਾ ਸਿੰਪਲੀ ਸੌਖਾ ਨਾਉਨ ਜਿਹੜਾ ਵਾ ਉਹ ਨਹੀਂ ਹੁੰਦਾ ਹੈਗਾ। ਇਹ ਨਾਉਨ ਹੁਣ TION, ਇੱਥੋਂ ਇਹਦੀ ਪਛਾਣ ਹੈ ਕਿ ਨਾਉਨ ਹੈਗਾ ਵਾ, ਇਸ ਤੋਂ ਪਹਿਲਾਂ ਐਡਜੈਕਟਿਵ ਹੀ ਆਏਗਾ। ਤੇ ਕਿਉਂਕਿ ਹੁਣ ਆਪਾਂ ਨੂੰ ਆ ਬਲੈਂਕਸ ਦਿੱਤੀਆਂ ਨੇ, ਆ ਜਿਹੜੀਆਂ 4, ਇਹਨਾਂ ਦੇ ਵਿੱਚ ਆਪਾਂ ਨੂੰ 2 ਨਾਉਨ ਵੀ ਦਿੱਤੇ ਹੁੰਦੇ ਤੇ ਇੱਕ 3 ਨਾਉਨ ਦਿੱਤੇ ਹੁੰਦੇ, ਇੱਕ ਆਪਾਂ ਨੂੰ ਅਨਈਵਨ ਦਿੱਤਾ ਹੁੰਦਾ ਐਡਜੈਕਟਿਵ, ਤੇ ਆਪਾਂ ਤਿੰਨੇ ਨਾਉਨ ਉਸੇ ਵੇਲੇ ਐਲੀਮੀਨੇਟ ਕਰਦੇ ਨਹੀਂ ਤੇ ਆਪਣਾ ਸਿੱਧਾ ਸਿੱਧਾ ਆਨਸਰ ਅਨਈਵਨ ਹੀ। ਹੁਣ ਇੱਥੇ ਔਡ ਕਿਉਂ ਨਹੀਂ ਲੱਗੇ, ਕਿਉਂਕਿ ਔਡ ਡਿਸਟ੍ਰੀਬਿਊਸ਼ਨ ਥੋੜਾ ਜਿਹਾ ਵੱਖਰਾ ਹੋ ਜਾਂਦਾ, ਪਰ ਉਹ ਇਕੁਅਲ ਡਿਸਟ੍ਰੀਬਿਊਸ਼ਨ ਦੀ ਗੱਲ ਕਰ ਰਿਹਾ ਕਿ ਉਹ ਕਿ ਹਾਂ ਕਿਸੇ ਤਰ੍ਹਾਂ ਦਾ ਡਿਸਟ੍ਰੀਬਿਊਸ਼ਨ ਵੰਡ ਕਿਸ ਤਰ੍ਹਾਂ ਦੀ ਹੈਗੀ ਆ। ਵੈਲਥ ਅਕ੍ਰੋਸ ਦਾ ਗਲੋਬ ਹਾਈਲਾਈਟਡ ਦਾ ਰੋਲ wealth creation in some places had played in the poorer nations, describe them actively। ਦਾ ਕਵਚਨ ਐਜ਼ ਟੂ, ਹੁਣ ਟੂ ਤੋਂ ਬਾਅਦ ਇੱਕ ਰੂਲ ਦੇ ਅਕੋਰਡਿੰਗ ਹੈਗਾ, ਟੂ ਤੋਂ ਬਾਅਦ ਹਮੇਸ਼ਾ ਵਰਬ ਲੱਗਦੀ ਹੈਗੀ ਆ, ਟੂ ਤੋਂ ਬਾਅਦ ਹਮੇਸ਼ਾ ਵਰਬ ਯੂਸ ਹੁੰਦੀ ਹੈ। ਪਰ ਇੱਥੇ ਵਰਬ ਆਪਾਂ ਨੂੰ ਆਪਸ਼ਨ ਵਿੱਚ ਕੀ ਦਿੱਤਾ ਹੈਗਾ ਵਾ, ਆਪਸ਼ਨ ਵਿੱਚ ਦਿੱਤਾ ਹੈਗਾ ਵਾ ਵੈਦਰ, ਵਿੱਚ ਤੇ ਵਟ ਤੇ ਵੈਨ। ਠੀਕ ਹੈ ਨਾ, ਵੈਦਰ, ਵਿੱਚ, ਵਟ ਤੇ ਵੈਨ। ਹੁਣ ਜੇ ਆਪਾਂ ਵੇਖੀਏ ਨਾ ਇੱਥੇ ਵਿੱਚ ਯੂਸ ਹੋਣਾ, ਨਾ ਵਟ ਨਾ ਵੈਨ, ਕਿਉਂਕਿ ਇਹਨਾਂ ਦੀ ਕੋਈ ਸੈਂਸ ਬਣ ਨਹੀਂ ਰਹੀ। ਹੁਣ ਵੈਦਰ ਕਿਉਂ ਆ ਗਿਆ, ਕਿਉਂਕਿ ਸਿੱਧਾ ਸਿੱਧਾ ਆਪਣੇ ਅੱਗੇ ਆਨਸਰ ਪਿਆ। ਵੈਦਰ ਕਿਉਂ ਆਇਆ ਕਿਉਂਕਿ ਇਹਦੇ ਅੱਗੇ ਔਰ ਲੱਗਾ ਹੋਇਆ, ਇੱਥੇ ਔਰ ਲੱਗਾ ਹੋਇਆ ਹੈ ਆਪਣੇ, ਇੱਥੇ ਔਰ ਲੱਗਾ ਹੋਇਆ, ਇਸ ਕਰਕੇ ਜਿਹੜਾ ਹੈਗਾ ਵਾ ਇਹ ਵੈਦਰ ਆ, ਕਿਉਂਕਿ ਵੈਦਰ ਦੇ ਨਾਲ ਹਮੇਸ਼ਾ ਔਰ ਲੱਗਦਾ ਹੈਗਾ ਵਾ। ਠੀਕ ਹੈ ਨਾ, ਦਾ ਕੁਐਸਚਨ ਐਜ਼ ਟੂ ਵੈਦਰ ਇਕਨੋਮਿਕ ਚੇਂਜ ਇਜ਼ ਡਿਵੈਲਪਿੰਗ, ਔਰ ਭਾਵੇਂ ਡਿਵੈਲਪਿੰਗ ਕੰਟਰੀ ਡਿਵੈਲਪਿੰਗ ਹੈਗੀਆਂ ਵਾ ਦੀ ਗੱਲ ਕਰ ਰਿਹਾ ਕਿ ਔਰ ਭਾਵੇਂ ਜਾਂ ਅਨਡਿਵੈਲਪਿੰਗ ਕੰਟਰੀ ਰਿਮੇਨਸ ਅ ਵਾਈਟਲ ਇਸ਼ੂ, ਉਹ ਇਸ਼ੂ ਜਿਹੜਾ ਵਾ ਉਹਦੇ ਬਾਰੇ ਗੱਲ ਕਰ ਰਿਹਾ ਹੈਗੀ ਹੈ, ਜੋ ਚਿੰਤਾ ਦਾ ਵਿਸ਼ਾ ਹੈਗਾ, ਪ੍ਰੋਬਲਮ ਹੈਗੀ ਆ ਉਹਦੀ ਗੱਲ, ਭਾਵੇਂ ਉਹ ਡਿਵੈਲਪਿੰਗ ਕੰਟਰੀ ਹੋਵੇ ਔਰ ਭਾਵੇਂ ਅੰਡਰ ਡਿਵੈਲਪਿੰਗ ਜਿਹੜੀ ਵਿਕਸਿਤ ਹੋ ਰਹੀ ਹੈ ਉਹ ਕੰਟਰੀ ਹੋਵੇ, ਕੋਈ ਵੀ ਹੋਵੇ, ਉਹਦੇ ਲਈ ਇਹ ਵਾਈਟਲ ਹੈਗਾ, ਇੱਕ ਬਹੁਤ ਵੱਡਾ ਜਿਹੜਾ ਕੁਐਸਚਨ ਬਣਿਆ, ਇਸ਼ੂ ਬਣਿਆ ਹੋਇਆ ਵਾ। ਤੇ ਇਹਦੇ ਵਿੱਚ ਹੁਣ ਮੇਨ ਗੱਲ ਇਹੋ ਹੈ ਕਿ ਵੈਦਰ ਤੋਂ ਬਾਅਦ ਔਰ ਹਮੇਸ਼ਾ ਲੱਗਦਾ, ਹੁਣ ਨਾ ਤਾਂ ਇੱਥੇ ਵਿੱਚ ਆਏਗਾ, ਨਾ ਵਟ ਆਏਗਾ, ਨਾ ਵੈਨ ਆਏਗਾ, ਵੈਦਰ ਤੋਂ ਬਾਅਦ ਹਮੇਸ਼ਾ ਔਰ। ਜੇ ਤੁਹਾਨੂੰ ਸੈਂਟੈਂਸ ਦੇ ਵਿੱਚ ਵੈਦਰ ਦੀ ਆਪਸ਼ਨ ਇਸ ਤਰ੍ਹਾਂ ਆਉਂਦੀ ਹੈਗੀ, ਅੱਗੇ ਔਰ ਦਿੱਤਾ ਹੋਇਆ, ਇੱਥੇ ਵੈਦਰ ਹੀ ਆਏਗਾ, ਕਿਉਂਕਿ ਵੈਦਰ ਅਤੇ ਔਰ ਇਹ ਦੋਵੇਂ ਜਿਹੜੇ ਹਮੇਸ਼ਾ ਹੀ ਸੈਂਟੈਂਸ ਵਿੱਚ ਆਉਂਦੇ ਹੈਗੇ, ਜਿੱਥੇ ਆਉਂਦੇ ਦੋਵੇਂ ਹੀ ਆਉਂਦੇ ਹੈਗੇ, ਵੈਦਰ ਔਰ। ਵੈਦਰ ਔਰ ਦਾ ਮਤਲਬ ਭਾਵੇਂ ਇਹ ਜਾਂ ਉਹ, ਭਾਵੇਂ ਇਹ ਜਾਂ ਉਹ, ਇਹਦੀ ਸੈਂਸ ਇਸ ਤਰ੍ਹਾਂ ਬਣਦੀ ਕਿ ਭਾਵੇਂ ਇਸ ਬਾਰੇ ਗੱਲ ਹੋ ਰਹੀ, ਭਾਵੇਂ ਉਹਦੇ ਬਾਰੇ ਗੱਲ ਹੋ ਰਹੀ ਆ, ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਹਦੀ ਸੈਂਸ ਹੈਗੀ ਇਹਦੇ ਵਿੱਚ। ਹੁਣ ਇਹਦੀ ਹੁਣ ਜਿਹੜੇ ਹੁਣ ਤੁਹਾਡੇ ਸਾਹਮਣੇ ਆਨਸਰ ਹੈਗੇ ਆ, ਆਪਾਂ ਦੇਖ ਲੈਂਦੇ ਹੈਗੇ, ਵੈਲਥੀਅਰ, ਵਹਾਈਲ, ਅਨਈਵਨ, ਵੈਦਰ। ਹਾਂ, ਇਹ ਜਿਹੜੇ ਚੌਵੇਂ ਸਹੀ ਆ ਆਪਣੇ, ਇਹੋ ਹੀ ਜਿਹੜੇ ਇਹਨਾਂ ਦੇ ਆਨਸਰ ਹੈਗੇ ਸੀ। ਤੇ ਹੁਣ ਅਗਲੀ ਵੀਡੀਓ ਦੇ ਵਿੱਚ, ਹੁਣ ਅੱਜ ਦੀ ਵੀਡੀਓ ਵਿੱਚ ਮੈਂ ਜਿਹੜੇ ਰੂਲ ਜਿਹੜੇ ਆ 1 2 ਜਿਹੜੇ ਡਿਸਕਸ, 3 ਰੂਲ ਡਿਸਕਸ ਕੀਤੇ ਆ। ਹੁਣ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਹੀ ਨਾਉਨ ਦੀ ਜਿਹੜੀ ਪਛਾਣ ਕਿਸ ਤਰ੍ਹਾਂ ਹੋਣੀ ਆ, ਕਿਉਂਕਿ ਹੁਣ ਤੁਸੀਂ ਦੇਖ ਹੀ ਲਿਆ ਕਿ ਨਾਉਨ ਕਿਸ ਤਰੀਕੇ ਦਾ ਜਿਹੜਾ ਹੈਗਾ ਵਾ ਬਲੈਂਕਸ ਦੇ ਵਿੱਚ ਆਉਂਦਾ ਹੈਗਾ ਵਾ। ਇਸੇ ਤਰ੍ਹਾਂ ਐਡਜੈਕਟਿਵ ਵੀ ਇਸ ਤਰ੍ਹਾਂ ਦੇ ਆਉਂਦੇ, ਕੋਈ ਸੌਖਾ ਜਿਹਾ ਬਿਊਟੀਫੁੱਲ ਜਾਂ ਇਸ ਤਰ੍ਹਾਂ ਦਾ ਲਿਖਿਆ ਨਹੀਂ ਆਉਂਦਾ, ਨਾਉਨ ਵੀ ਸੌਖਾ ਨਹੀਂ ਆਉਂਦਾ, ਇਸ ਕਰਕੇ ਉਹਦੇ ਆਪਾਂ ਉਹ ਵੀ ਡਿਸਕਸ ਕਰਾਂਗੇ ਅੱਗੇ। ਹੋਰ ਜਿਹੜੇ ਰੂਲਸ ਹੈਗੇ ਆ ਉਹ ਵੀ ਡਿਸਕਸ ਕਰਾਂਗੇ ਜਿਹਦੇ ਨਾਲ ਸੌਖਿਆਂ ਹੀ। ਹੁਣ ਅੱਜ ਜਿਹੜੀ ਹੈ ਬਲੈਂਕਸ ਤੁਹਾਡੇ ਸਾਹਮਣੇ ਬਿਲਕੁਲ ਸੌਖੀ ਤੁਹਾਡੇ ਅੱਗੇ ਹੈਗੀ ਸੀ, ਜਿਹੜੀ ਆ ਵੈਦਰ ਔਰ ਵਾਲੀ ਹੀ, ਵੈਦਰ ਔਰ ਵਾਲੀ ਤੇ ਸਾਹਮਣੇ ਜਿਹੜੀ ਹੈਗੀ ਨਾ, ਇੱਕ ਕਹਿ ਦਿੰਦੇ ਨਾ ਫ੍ਰੀ ਦੇ ਵਿੱਚ ਜਿਹੜੀ ਹੈਗੀ ਨਾ, ਇਹ ਬਲੈਂਕਸ ਹੈਗੀ ਸੀ ਤੁਹਾਡੇ ਸਾਹਮਣੇ। ਦੂਜੀ ਬਲੈਂਕਸ ਆ ਕੰਟਰੀਸ ਵਾਲੀ, ਕੌਮੇ ਵਾਲੀ, ਇਹ ਤੋਂ ਬਾਅਦ ਵਹਾਈਲ WH ਫੈਮਿਲੀ ਵਾਲਾ ਲੱਗਣਾ, ਇਹ ਵੀ ਸੌਖੀ ਹੈਗੀ ਸੀ। ਹੁਣ ਅਗਲੀ ਵੀਡੀਓ ਵਿੱਚ ਆਪਾਂ ਜਿਹੜੇ ਹੋਰ ਇਹਦੇ ਟਿਪਸ ਜਿਹੜੇ ਪਾਰਟ 2 ਵਿੱਚ ਡਿਸਕਸ ਕਰਾਂਗੇ। ਸੋ ਜੇ ਇਹ ਵੀਡੀਓ ਤੁਹਾਨੂੰ ਪਸੰਦ ਲੱਗੀ ਹੋ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਨਵੀਆਂ ਜੋ ਵੀ ਹੈ ਰੀਡਿੰਗ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਵਾ, ਅੱਗੇ ਆਪਾਂ ਰੀਆਰਡਰ ਨਾਲ ਰਿਲੇਟਡ ਜਿਹੜੇ ਟਿਪਸ ਹੈਗੇ ਆ 15-20 ਟਿਪਸ ਜਿਹੜੇ ਹੈਗੇ ਉਹ ਵੀ ਡਿਸਕਸ ਕਰਾਂਗੇ। ਤੇ ਰੀਡਿੰਗ ਤੁਹਾਨੂੰ ਜਿਹੜੀ ਆਪਾਂ ਔਖੀ ਲੱਗਣ ਨਹੀਂ ਦੇਣੀ, ਤੇ ਰੀਡਿੰਗ ਤੁਹਾਨੂੰ ਜਿਹੜੀ ਹੈਗੀ 100% ਤੁਹਾਡੇ ਜਿਹੜੇ
ਜਿੰਨਾ ਤੁਸੀਂ ਟਾਰਗੇਟ ਹੈਗਾ ਉਹ ਜ਼ਰੂਰ ਤੁਹਾਡਾ ਸਕੋਰ ਜਿਹੜਾ ਆਪਾਂ ਤੁਹਾਨੂੰ ਪ੍ਰਾਪਤ ਕਰਵਾਉਣਾ ਵਾ, ਤੁਹਾਡੀ ਹੈਲਪ ਕਰਨੀ ਆ। ਇਸ ਕਰਕੇ ਪ੍ਰੈਕਟਿਸ ਬਹੁਤ ਜ਼ਰੂਰੀ ਜੇ। ਪ੍ਰੈਕਟਿਸ ਜ਼ਰੂਰ ਕਰਿਓ ਇਹਨਾਂ ਦੀ, ਪੈਸੇਜ ਨੂੰ ਸਮਝ ਕੇ ਕਰਿਓ। ਭਾਵੇਂ ਪਹਿਲੇ ਦਿਨ ਤੁਹਾਨੂੰ ਅੱਧਾ ਘੰਟਾ ਇੱਕ ਪੈਸੇਜ 'ਤੇ ਲੱਗ ਜੇ, ਪੈਸੇਜ ਨੂੰ ਸਮਝਿਓ ਥੋੜ੍ਹਾ ਬਹੁਤਾ ਜਿੰਨਾ ਸਮਝ ਸਕਦੇ ਜੇ। ਅਤੇ ਗ੍ਰਾਮਰ ਰੂਲ ਵੀ ਧਿਆਨ ਵਿੱਚ ਰੱਖ ਕੇ ਅਤੇ ਉਹ ਜਿਹੜੀ ਹੈਗੀ ਆ ਉਹ ਫਿਰ ਪੁੱਟ ਕਰਿਓ ਬਲੈਂਕਸ ਕਿਹੜੀ ਆਉਂਦੀ ਹੈਗੀ, ਫਿਰ ਆਨਸਰ ਚੈੱਕ ਕਰਿਓ ਕਿ ਹਾਂ ਇਹ ਬਲੈਂਕਸ ਕਿਉਂ ਨਹੀਂ ਆਈ, ਆਹ ਕਿਉਂ ਆਈ। ਇਸ ਤਰ੍ਹਾਂ ਜਿਹੜਾ ਥੋੜ੍ਹਾ ਜਿਹਾ ਤੁਹਾਨੂੰ ਟਾਈਮ ਲਾਉਣਾ ਪਊਗਾ ਅਤੇ ਜਿਹੜਾ ਰੀਡਿੰਗ ਸੈਕਸ਼ਨ 'ਤੇ ਟਾਈਮ ਲਾਓਗੇ ਅਤੇ ਫਿਰ ਹੀ ਤੁਸੀਂ ਕੁਝ ਕਰ ਸਕਦੇ ਜੇ। ਇਸ ਲਈ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਜ਼ਰੂਰ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੀਂ ਵੀਡੀਓ ਕੋਈ ਵੀ ਹੁਣ ਜਿਹੜਾ ਸੈਕਿੰਡ ਪਾਉਣਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਹੈਗਾ ਈਜ਼ਲੀ ਮਿਲ ਜਾਵੇ। ਸੋ ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਬਾਏ ਬਾਏ।